डॉक्टर सिमरप्रीत संधावाली जी, सत श्री अकाल। सत श्री अकाल। थैंक यू अंकल जी, सानू अज दित्ती टाइम थोड़े शो दे उत्ते जी। और जसदीप सलूजा जी, आप जी का भी असी निघा स्वागत करते हैं। डॉक्टर साहब जी, डॉक्टर साहब जी, थोड़ी जी आवाज की डिफिकल्टी आ रही है। एनीवे सॉर्ट आउट। Thank you for bringing us onto the show today. थैंक यू जी डॉक्टर साहब। और मैं आप जी का धन्यवाद करदा कि तुसी बहुत वड्डा उपराला कर रहे हो। इस सारे रल मिल के अजिहियां जिहड़ियां सूचनावां हन दित्तियां जा रही हैं, लेकिन जदों डॉक्टरां दे मूँह तो ये गल सुनते हैं तो लोग ज़्यादा विश्वास और धीरज नाल उन्हां नूं ग्रहण करते हैं। जिस तरह ब्रिगेडियर साहब भी एक उच्च अहुदे ते एक सूझवान व्यक्ति हैं, तो जो ये भी गल कहते हैं तो लोगों की जिहड़ी अटैंशन है इस वाल नूं खिंची जाती है। और डॉक्टर संधावालिया जी, पहलों मैं तुहाडे नाल गलबात करनी चाहांगा क्योंकि डॉक्टर साहब जसदीप जी की थोड़ी जी आवाज़ दे विच डिफिकल्टी आ रही है। एनीवे ये भी सॉर्ट आउट हो जाएगी। सो इस वेले जिहड़ी खास करके कोविड-19 की जिहड़ी बीमारी है एक किन्नी घातक है, जिहड़ा कि आप आम लोगों तो सुनते रहते हैं, डॉक्टरों तो सुनते रहते हैं, बहुत घातक है, लेकिन असी तुहाडी जबानी सुनना चाहते हैं कि ये किन्नी घातक है। सो मैं हैगी इमरजेंसी रूम फिजिशियन। सो मैं हैगी सब तो ਜਿਹੜੇ फ्रंट लाइन ਜਿਹੜੇ ਹਸਪੀਟਲ ਦੇ ਵਿੱਚ ਮੈਂ ਦੇਖਦੀ ਆ ਜਿਹੜੇ ਲੋਕੀ ਆਂਦੇ ਆ ਜੀ। ਸਾਡੀ ਮਾਰਚ ਤੋਂ ਅਸੀਂ ਦੇਖਦੇ ਪਏ ਆ that ਉਸੇ ਦੇਰ ਤੋਂ ਇੰਨੇ ਜ਼ਿਆਦਾ ਲੋਕੀ ਆਂਦੇ ਪਏ ਆ। ਨਾਓ ਸਮਰ ਦੇ ਵਿੱਚ ਥੋੜੇ ਜਿਹੇ ਘੱਟ ਸੀਗੇ, ਬਟ ਹੁਣ ਸਪਟੈਂਬਰ ਤੋਂ ਤੇ ਹੁਣ ਵੀ ਇੰਨੇ ਜ਼ਿਆਦਾ ਲੋਕੀ ਆਂਦੇ ਆ ਜਿਹੜੇ ਅਸੀਂ ਇੰਨੇ ਸਾਰੇ ਕੋਵਿਡ ਦੇ ਟੈਸਟ ਵਗੈਰਾ ਕਰਦੇ ਆ। ਸਾਡੇ ਜਿਹੜੇ ਹਸਪਤਾਲ ਸੀਗੇ ਆਲਰੇਡੀ ਬਿਜ਼ੀ ਸੀਗੇ ਕਰਕੇ ਜਦੋਂ ਕੋਵਿਡ ਹੋਇਆ ਸੀ ਬਹੁਤ ਸਾਰੀਆਂ ਜਿਹੜੀਆਂ ਸਰਜਰੀ ਵਗੈਰਾ ਹੋਰ ਜਿਹੜੀਆਂ ਟੈਸਟਿੰਗ ਵਗੈਰਾ ਉਹਨਾਂ ਨੇ ਬੰਦ ਕਰਤੀਆਂ ਸੀਆਂ ਕਰਕੇ ਹਸਪਤਾਲ ਜਿੱਦਾਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਇਕੱਲੀਆਂ ਐਮਰਜੈਂਸੀਜ਼ ਵਾਸਤੇ। ਉਸ ਕਰਕੇ ਉਨੀ ਦੇਰ ਦੇ ਵਿੱਚ ਸਾਰੀਆਂ ਜਿਹੜੀਆਂ ਪਿੱਛੇ ਵਾਲੀਆਂ ਜਿਹੜੀਆਂ ਆਲਰੇਡੀ ਸਰਜਰੀਜ਼ ਵਗੈਰਾ ਵੇਟ ਹੁੰਦੀਆਂ ਸੀ ਉਹ ਹੁਣ ਕਰਨ ਲੱਗੇ ਸੀਗੇ। ਇਸ ਕਰਕੇ ਸਾਡੇ ਹਸਪਤਾਲ ਜਿਹੜੇ ਬੈੱਡ ਆਲਰੇਡੀ ਹੈਗੇ ਜਿਹੜੇ ਸਰਜੀਕਲ ਪੇਸ਼ੈਂਟਸ ਹੋਏ ਉਹ ਆਲਰੇਡੀ ਫੁੱਲ ਸੀਗੇ। ਸੋ ਹੁਣ ਜਿਹੜੇ ਇੰਨੇ ਲੋਕੀ ਜਿਹੜੇ ਫਲੂ ਵੀ ਹੈਗਾ ਹੁਣ ਕੋਵਿਡ ਤੇ ਇਜ਼ ਵਨ ਪਾਰਟ ਆਫ ਇਟ, ਪਰ ਹੋਰ ਵੀ ਲੋਕੀ ਜਿਹਦਾ ਹਾਰਟ ਅਟੈਕ ਹੋਰੇ ਆਂਦੇ, ਸਟ੍ਰੋਕ ਹੋਰੇ ਆਂਦੇ ਆ, ਉਹ ਜਿਹੜੇ ਲੋਕੀ ਉਹ ਵੀ ਆਂਦੇ ਪਏ ਆ। ਸੋ ਸਾਡੇ ਹਸਪਤਾਲ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਫੁੱਲ ਆ। अच्छा डॉक्टर साहब जी, ये दसो कि पहलों जिदा तुहानूं सवाल किया कि किड्डी खतरनाक बीमारी मन्नी जा रही है। बहुत सारे लोग ये कहते नहीं ये थोड़ा जिहा बुखार हुंदा, इहनूं प्रिकॉशनस लाओ, तुसीं अंदर 14 दिन बैठे रहो तो किसी नाल कॉन्टैक्ट ना रखो। ये की रियली जानलेवा बीमारी जिन्हों एक बारी लग जाती है ये किन्ने % खतरनाक हुंदी है, तो बाद दे जिहड़े विच इहदे इफैक्ट हुंदे हन ਜਿਹੜੇ ਬਾਅਦ ਦੇ ਵਿੱਚ ਰਿਐਕਸ਼ਨ ਹੁੰਦੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ? ਇਹ ਜਿਹੜੀ ਬਿਮਾਰੀ ਹੈਗੀ ਆ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ, ਇਹ ਜਿਹੜੀ ਬਿਮਾਰੀ ਇਹ ਦੇਖਦੀ ਨਹੀਂ ਕਿਹਨੂੰ ਕਰਨਾ। ਜਵਾਨ ਵੀ ਲੋਕੀ ਹੈਗੇ ਆ, ਆਪਣੇ ਜਿਹੜੇ ਬਜ਼ੁਰਗ ਵੀ ਹੈਗੇ ਆ। ਜਿਹੜੀ ਆਪਣੀ ਕਮਿਊਨਿਟੀ ਹੈਗੀ ਆ ਇਹ ਡਿਸਪ੍ਰੋਪੋਰਸ਼ਨੇਟਲੀ ਅਫੈਕਟਡ ਆ। ਇਹ ਕਰਕੇ ਆਪਣੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਸ਼ੂਗਰ ਦੀ ਬਿਮਾਰੀ ਆ, ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਕੋਲੈਸਟਰੋਲ ਦੀ ਬਿਮਾਰੀ ਆ। ਇਹ ਜਿਹੜੇ ਲੋਕਾਂ ਨੂੰ ਹੈਗੀ ਇਹ ਜਿਹੜੀਆਂ ਬਿਮਾਰੀ ਕੋਵਿਡ ਬਹੁਤ ਜ਼ਿਆਦਾ ਉਹਨਾਂ ਨੂੰ ਬਿਮਾਰ ਕਰਦੀ ਆ। ਇਸ ਕਰਕੇ ਇਹ ਜਿਹੜੇ ਲੋਕੀ ਆ ਤੇ ਅਸੀਂ ਜਿਹੜੇ ਦੇਖਦੇ ICU ਮੋਸਟਲੀ ਜਿਹੜੇ ICU ਲੋਕੀ ਜਿਹਨਾਂ ਕੋ ਕੋਵਿਡ ਆ ਉਹ ਆਪਣੇ ਸਾਊਥ ਏਸ਼ੀਅਨ ਆ। ਸੋ ਜਿਹੜੇ ਆਪਣੇ ਲੋਕੀ ਆ not only are we more susceptible, so because ਜਿੱਦਾਂ ਆਪਾਂ ਇੱਕ ਘਰ ਦੇ ਵਿੱਚ ਬਹੁਤ ਜਣੇ ਰਹਿੰਦੇ ਆ ਜਿਹੜੀਆਂ ਜੌਬਾਂ ਕਰਦੇ ਆ, ਹੋਰ ਜਿਹੜੀ ਹੈਗੀ ਆ ਤਾਂ ਜਿਹੜੀਆਂ ਬਿਮਾਰੀਆਂ ਆਪਣੇ ਲੋਕਾਂ ਦੇ ਵਿੱਚ ਹੈਗੀਆਂ ਉਹ ਆਪਣੇ ਨੂੰ ਬਹੁਤ ਹੀ ਜ਼ਿਆਦਾ ਬਿਮਾਰ ਕਰਦੀ ਆ। ਸੋ ਬਹੁਤ ਸਿਵੀਅਰਲੀ ਅਫੈਕਟਡ ਹੁੰਦੇ ਆ ਆਪਣੇ ਜਿਹੜੇ ਲੋਕੀ ਆ। ਅੱਛਾ ਡਾਕਟਰ ਸਿਮਰਪ੍ਰੀਤ ਜੀ, ਤੁਸੀਂ ਕਿਹਾ ਕਿ ਆਪਣੇ ਲੋਕੀ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਤੇ ਕਾਰਨ ਹੈ ਕਿ ਇਹ ਜ਼ਿਆਦਾ ਲੋਕੀ ਰਹਿੰਦੇ ਹਨ, ਦੂਜੇ ਕਿ ਸਾਊਥ ਏਸ਼ੀਅਨ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਡਾਇਬੀਟੀ ਹੁੰਦੀ ਆ ਜਾਂ ਹਾਰਟ ਦੀ भी प्रॉब्लम बहुत सारी वेखी गई है। तुसी ये भी तो नहीं कहना मुनासिब समझोगे कि साडी कम्यूनिटी फ्रंट लाइन ते है। जेकर आप वेखीए अपने हुण तुसी हो मोस्टली डॉक्टर, तुसी अजे तुहाडी यंग एज है
ਪਰ ਤੁਸੀਂ ਫਰੰਟ ਲਾਈਨ ਤੇ ਹੋ। ਇਸੇ ਤਰੀਕੇ ਨਾਲ ਜਿਹੜੇ ਟਰੱਕ ਡਰਾਈਵਰ ਹਨ ਉਹ ਫਰੰਟ ਲਾਈਨ ਤੇ ਹਨ, ਜਿਹੜੇ ਆਪਣੇ ਸਿਕਿਉਰਿਟੀ ਦੇ ਵਿੱਚ ਹਨ ਜਾਂ ਸਟੋਰਾਂ ਦੇ ਵਿੱਚ ਹਨ, ਹੋਰ ਬਹੁਤ ਸਾਰੇ ਲੋਕੀ ਆਪਣੇ ਕੰਮ ਕਰਦੇ ਹਨ। ਆਪਣੇ ਲੋਕੀ ਵਿਹਲੇ ਨਹੀਂ ਰਹਿ ਸਕਦੇ। ਕਈ ਕਮਿਊਨਿਟੀਆਂ ਹੁੰਦੀਆਂ ਹਨ ਕਿ ਉਹ ਵੈਲਫੇਅਰ ਲੈਂਦੇ ਹਨ, ਉਹ ਕਹਿੰਦੇ ਵੀ ਸਾਨੂੰ ਕੰਮ ਦੀ ਕੋਈ ਜ਼ਰੂਰਤ ਨਹੀਂ, ਅਸੀਂ ਤੇ ਘਰ ਬੈਠੇ ਹਾਂ। ਲੇਕਿਨ ਸਾਡੀ ਕਮਿਊਨਿਟੀ ਇਦਾਂ ਨਹੀਂ, ਓਬਵੀਅਸਲੀ ਉਹ ਨਹੀਂ ਘਰ ਬਹਿਣਾ ਚਾਹੁੰਦੇ। ਇਸ ਨੂੰ ਤੁਸੀਂ ਕਿਸ ਪੱਖੋਂ ਵੇਖਦੇ ਹੋ? ਇਹਦਾ ਕਾਰਨ ਇਹ ਵੀ ਤਾਂ ਨਹੀਂ ਸਾਡੀ ਕਮਿਊਨਿਟੀ ਦੇ ਵਿੱਚ ਇਹ COVID-19 ਦੀ ਜਿਹੜੀ ਦਰ ਹੈ, ਜੋ ਪਰਸੈਂਟੇਜ ਹੈ ਉਹ ਦੂਜੀਆਂ ਕਮਿਊਨਿਟੀਆਂ ਨਾਲੋਂ ਜ਼ਿਆਦਾ ਹੈ? ਹਾਂਜੀ, ਸੋ ਜਿਹੜੀ ਆਪਣੀ ਕਮਿਊਨਿਟੀ ਜਿੱਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈਗੀ ਆ, ਤੇ ਬਰੈਂਪਟਨ ਦੇ ਵਿੱਚ ਵੀ ਸਾਰੇ ਜਣੇ ਪਬਲਿਕ ਫੇਸਿੰਗ, ਜਿਸ ਤਰ੍ਹਾਂ ਬਹੁਤ ਜ਼ਿਆਦਾ ਇੰਟਰੈਕਸ਼ਨ ਹੁੰਦੇ ਆ ਲੋਕਾਂ ਦੇ ਨਾਲ। ਇਸ ਕਰਕੇ ਇਹ ਜਿਹੜੀ ਬਿਮਾਰੀ ਆ ਆਪਾਂ ਮੋਰ ਲਾਈਕਲੀ ਹੈਗੇ ਆ to get it, right? ਤੇ ਉਸ ਤੋਂ ਬਾਅਦ ਜਿਹੜੀ ਟਰਾਂਸਪੋਰਟੇਸ਼ਨ, ਪਬਲਿਕ ਟਰਾਂਸਪੋਰਟੇਸ਼ਨ, ਸੋ ਲੋਕੀ ਜਿਹਨਾਂ ਕੋ ਬਹੁਤ ਜਾਣਾ ਕੋ ਹੈ ਨਹੀਂ ਕਾਰ, ਸੋ ਜਿੱਦਾਂ ਬੱਸਾਂ ਵਗੈਰਾ ਲੈ ਕੇ ਜਾਂਦੇ ਆ ਕੰਮਾਂ ਨੂੰ। ਬਟ ਜਿਹੜੀਆਂ ਫੈਕਟਰੀ ਵਗੈਰਾ, ਇਹ ਜਿਹੜੀਆਂ ਚੀਜ਼ਾਂ ਆ, ਸਾਨੂੰ ਪਤਾ that ਇੱਥੇ ਜ਼ਿਆਦਾ ਬਿਮਾਰੀ ਹੁੰਦੀ ਆ ਕਰਕੇ ਜਦੋਂ ਲੋਕੀ ਬ੍ਰੇਕ ਵਗੈਰਾ ਤੇ ਜਾਂਦੇ ਆ ਉਹ ਡਿਸਟੈਂਸ ਨਹੀਂ ਕਰਦੇ। ਓਕੇ, ਇਹ ਆਪਾਂ ਦੂਸਰੀਆਂ ਗੱਲਾਂ ਕਰਨੀਆਂ ਜੇ ਆਪਾਂ ਪ੍ਰੋਟੈਕਟ ਕਰ ਸਕਦੇ ਆਪਣੇ ਆਪ ਨੂੰ ਜਦੋਂ ਆਪਾਂ ਕੰਮ ਤੇ ਜਾਂਦੇ ਆ। ਸੋ ਜੋ ਤੁਸੀਂ ਬ੍ਰੇਕ ਰੂਮ ਦੇ ਵਿੱਚ ਜਾਂਦੇ ਆ, ਤੁਸੀਂ ਤੁਹਾਡੀ ਲੰਚ ਬ੍ਰੇਕ ਵਗੈਰਾ ਕਰਨੀ ਆ, ਅਸੀਂ ਬੇਨਤੀ ਕਰਦੇ ਆ that ਤੁਸੀਂ ਪਲੀਜ਼ ਐਟ ਲੀਸਟ 6 ਫੁੱਟ ਰਹੋ ਦੂਸਰੇ ਬੰਦਿਆਂ ਨੂੰ ਜਦੋਂ ਤੁਸੀਂ ਬ੍ਰੇਕ ਰੂਮ ਦੇ ਵਿੱਚ ਹੈਗੇ ਆ। ਹੋਰ ਜਿਹੜੀ ਅਸੀਂ ਗੱਲ ਸੁਣੀ ਆ ਜੀ ਕਮਿਊਨਿਟੀ ਤੋਂ that ਲੋਕੀ ਇੱਕ ਟਿਫਿਨ ਵਗੈਰਾ ਸਰਵਿਸ ਹੁੰਦੇ ਆ, ਤੇ ਕੀ ਹੁੰਦਾ that ਇੱਕ ਬੰਦਾ ਟਿਫਿਨ ਤੋਂ ਖਾਂਦਾ ਤੇ ਫਿਰ ਉਹ ਦੂਸਰੇ ਨੂੰ ਜਾਂਦਾ ਤੇ ਦੂਸਰੇ ਨੂੰ ਜਾਂਦਾ। ਇਹ ਵੀ ਜਿਹੜਾ ਇਦਾਂ ਦੀ ਵੀ ਆਪਣੀ ਜਿਹੜੀ ਬਿਮਾਰੀ ਇਹ ਹੈਗੀ ਆ ਇੰਨੀ ਸਖਤ ਤਾਂ ਇਦਾਂ ਵੀ ਉਹ ਫੈਲ ਸਕਦੀ ਆ। ਹੋਰ ਹੈਗਾ that ਮਾਸਕ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਅਸੀਂ ਹੁਣ ਟਰੱਕ ਡਰਾਈਵਰ ਵਗੈਰਾ ਸਾਨੂੰ ਦੱਸਦੇ ਪਏ that ਉਹ ਫੈਕਟਰੀਆਂ ਨੂੰ ਜਾਂਦੇ ਡ੍ਰੌਪ ਆਫ ਕਰਨ ਲਈ, ਉੱਥੇ ਬਹੁਤ ਸਾਰੇ ਲੋਕੀ ਆ ਉਹ ਮਾਸਕ ਨਹੀਂ ਪਾਉਂਦੇ। ਇਹ ਜਿਹੜਾ ਮਾਸਕ ਆ ਤੁਸੀਂ ਸਮਝੋ ਤੇ ਇਹ ਤੁਹਾਡੀ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਆ, ਤੁਸੀਂ ਤੁਹਾਡੇ ਆਪ ਨੂੰ ਪ੍ਰੋਟੈਕਟ ਕਰਦੇ ਆ ਤੇ ਤੁਸੀਂ ਸਾਰਿਆਂ ਨੂੰ ਜਿਹੜੇ ਤੁਹਾਡੇ ਅਰਾਊਂਡ ਆ ਉਹਨਾਂ ਨੂੰ ਵੀ ਪ੍ਰੋਟੈਕਟ ਕਰਦੇ ਆ। ਇਹ ਬਹੁਤ ਹੀ ਜ਼ਰੂਰੀ ਆ। ਮੈਨੂੰ ਪਤਾ that uncomfortable ਆ, ਮੈਂ ਰੋਜ਼ ਜਦੋਂ ਕੰਮ ਜਾਂਦੀ ਆ ਮੈਂ 10-12 ਘੰਟੇ ਮੈਂ ਮਾਸਕ, ਗੋਗਲਸ, ਸਕ੍ਰਬ ਕੈਪ ਬਹੁਤ ਪਾਉਂਦੀ ਆ। ਅਸੀਂ just ਸਾਨੂੰ ਕਹਿੰਦੇ ਪਲੀਜ਼ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਸਾਰਿਆਂ ਨੂੰ ਪ੍ਰੋਟੈਕਟ ਕਰੋ। ਜਦੋਂ ਵਗੈਰਾ ਬ੍ਰੇਕ ਕਰਨੀ, ਬਾਥਰੂਮ ਦੇ ਵਿੱਚ ਜਾਣਾ, ਹੱਥ ਚੰਗੀ ਤਰ੍ਹਾਂ ਸਾਫ਼ ਕਰੋ। ਜਦੋਂ ਤੁਸੀਂ ਲਾਈਟ ਦਾ ਸਵਿਚ ਟੱਚ ਕਰਨਾ ਉਦੋਂ ਵੀ ਹੱਥ ਸਾਫ਼ ਕਰੋ। ਜਿੰਨਾ ਤੁਸੀਂ ਹੱਥ ਸਾਫ਼ ਕਰ ਸਕਦੇ ਆ ਓਨਾ ਬੈਟਰ ਆ, ਕਿਉਂਕਿ ਜੇ ਤੁਸੀਂ ਹੱਥ ਨੂੰ ਕਿਤੇ ਲਾਉਂਦੇ ਆ ਤੇ ਕਿਸੇ ਕੋ ਕੋਈ ਬਿਮਾਰੀ ਹੈਗੀ ਆ ਤੇ ਤੁਸੀਂ ਤੁਹਾਡਾ ਮੂੰਹ ਨੂੰ ਟੱਚ ਕਰਦੇ, ਤੁਹਾਡੇ ਅੱਖਾਂ ਨੂੰ ਟੱਚ ਕਰ ਸਕਦੇ ਆ, ਏਦਾਂ ਬਿਮਾਰੀ ਫੈਲ ਸਕਦੀ ਆ। ਡਾਕਟਰ ਜਸਦੀਪ ਜੀ, ਅਸੀਂ ਆਪ ਜੀ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਫਰੰਟ ਲਾਈਨ ਦੇ ਲੋਕੀ ਹਨ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਟਰੱਕ ਡਰਾਈਵਰ ਹਨ, ਜਿਹੜੇ ਟਰੱਕ ਡਰਾਈਵਰ ਸਾਡੇ ਵੀਰ ਦੂਰ ਦੁਰਾਡੇ ਜਾਂਦੇ ਹਨ, ਖਾਸ ਕਰਕੇ ਅਮਰੀਕਾ ਦੇ ਵਿੱਚ ਜਾਂਦੇ ਹਨ, ਉਹਨਾਂ 'ਚ ਇਹ ਬਿਮਾਰੀ ਵਾਪਸ ਕਿੰਨੀ ਕੁ ਪਾਈ ਜਾ ਰਹੀ ਹੈ ਹਸਪੀਟਲ ਦੇ ਵਿੱਚ? ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਹਸਪੀਟਲ ਦੇ ਵਿੱਚ, ਐਮਰਜੈਂਸੀ ਹਸਪੀਟਲ ਦੇ ਵਿੱਚ ਸਰਵਿਸਿਜ਼ ਦੇ ਰਹੇ ਹੋ, ਕਿੰਨੇ ਕੁ ਜਿਹੜੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਕਿ COVID-19 ਹੈ, ਕੋਈ ਤੁਹਾਡੇ ਕੋਲ ਰੇਸ਼ੋ ਹੈ? Actually, uncle ji, मैं हैगा internal medicine doctor, मैं hospital ਵਿੱਚ ਕੰਮ ਨਹੀਂ ਕਰਦਾ, ਮੈਂ office ਵਿੱਚ ਕੰਮ ਕਰਦਾ। Okay ਜੀ। ਜਦੋਂ ਮੈਨੂੰ actually ਪਤਾ ਨਹੀਂ ਹੈਗਾ ਕਿ ਕਿੰਨੇ percentage ਹੈ ਜਿਹੜੇ ਹੈਗੇ, ਜਿਹੜੇ ਸਾਡੇ ਵੀਰ ਹੈਗੇ ਜਿਹੜੇ ਟਰੱਕ ਡਰਾਈਵਰ ਹੈਗੇ ਤੇ ਉਹ ਅਮਰੀਕਾ ਜਾ ਕੇ ਉਹਨਾਂ ਨੂੰ ਕਿੰਨੇ percentage ਨੂੰ ਹੁੰਦਾ COVID ਜੀ। ਸੋ ਤੁਸੀਂ ਖਾਸ ਕਰਕੇ ਪਾਰਟਿਕੂਲਰ ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਇਸ ਵੇਲੇ ਦਰਸ਼ਕ ਤੇ ਸਰੋਤੇ ਪ੍ਰੋਗਰਾਮ ਸੁਣ ਰਹੇ ਹਨ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਉਹਨਾਂ ਨੇ ਪ੍ਰੋਟੈਕਟ ਕਰਨਾ ਹੈ? ਮੈਂ ਵਿਕਟੋਰੀਆ ਦੇ ਵਿੱਚ ਕੰਮ ਕਰਦਾ ਹੈਗਾ, ਬ੍ਰਿਟਿਸ਼ ਕੋਲੰਬੀਆ ਵਿੱਚ, ਤੇ ਮੈਂ ਸਾਰਿਆਂ ਨੂੰ ਜਿਹੜੇ ਸੰਗਤ ਸੁਣਦੀ ਪਈ ਹੈ ਜਾਂ ਦੇਖਦੀ ਪਈ ਹੈ ਬ੍ਰਿਟਿਸ਼ ਕੋਲੰਬੀਆ ਵਿੱਚੋਂ, ਨਵੰਬਰ 19 ਨੂੰ ਜਿਹੜੇ ਸਾਡੇ ਪਬਲਿਕ ਹੈਲਥ ਡਾਕਟਰ ਹੈਗੇ, ਡਾਕਟਰ ਹੈਨਰੀ ਨੇ, ਉਹਨਾਂ ਨੇ ਥੋੜੇ ਨਵੇਂ ਰੂਲ ਹਦਾਇਤਾਂ ਦਿੱਤੀਆਂ ਹੈਗੀਆਂ ਸੀ, ਤੇ ਉਹ ਮੈਂ ਸਾਰਿਆਂ ਨੂੰ ਕਹਿਣਾ ਸੀ ਕਿ ਉਹਨਾਂ ਨੂੰ ਤੁਸੀਂ ਜ਼ਰੂਰ ਆਪਣੀਆਂ ਜ਼ਿੰਮੇਵਾਰੀਆਂ ਵਕਤ ਸਮਝਣਾ ਤੇ ਉਹ ਜ਼ਿੰਮੇਵਾਰੀਆਂ ਸੰਭਾਲਣੀਆਂ। ਰਾਈਟ, ਉਹਨਾਂ ਨੇ ਕਿਹਾ ਹੋਇਆ ਕਿ ਕੋਈ ਕਿਸੇ ਦੇ ਘਰ ਨਹੀਂ ਜਾ ਸਕਦੇ। ਜਿਹੜੇ ਘਰ ਵਿੱਚ ਰਹਿਣ ਵਾਲੇ ਹੈਗੇ, ਜਿਹੜੇ 4-5-6 ਬੰਦੇ ਹੈਗੇ, ਉਹ ਇੱਕ ਦੂਜੇ ਨਾਲ ਰਹਿ ਸਕਦੇ ਆ, ਕਿਸੇ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ, ਨਾ ਤੁਸੀਂ ਕਿਸੇ ਦੇ ਘਰ ਜਾਣਾ। ਤੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਹੋਇਆ ਕਿ ਸਾਰੀਆਂ ਜਿਹੜੀਆਂ ਪਲੇਸਿਸ ਆਫ ਵਰਸ਼ਿਪ, ਜਿੱਦਾਂ ਗੁਰੂ ਘਰ ਹੈਗੇ ਆ,
ਉਸ ਉਹਦੇ ਤੇ ਮੈਨੂੰ ਪਤਾ ontario ਦੇ ਵਿੱਚ 10 ਬੰਦੇ ਅਲਾਉਡ ਹੈਗੇ ਆ ਪਰ ਇੱਥੇ BC ਵਿੱਚ ਕੋਈ ਨੂੰ ਅਲਾਉਡ ਨਹੀਂ ਹੈਗਾ ਕਿਸ ਨੂੰ ਅਲਾਉਡ ਨਹੀਂ ਹੈਗਾ ਸੋ ਜਿਹੜੇ ਗੁਰਪੁਰਬ ਆਉਣ ਲੱਗੇ ਹੈਗੇ ਉਹ ਤੁਸੀਂ ਆਪਣੇ ਘਰਾਂ 'ਚ ਮਨਾਣੇ ਹੈਗੇ ਅੱਛਾ ਤੁਸੀਂ ਇੰਟਰਨਲ ਮੈਡੀਸਨ ਫਿਜ਼ੀਸ਼ੀਅਨ ਹੋ ਮੈਂ ਤੁਹਾਨੂੰ ਖਾਸ ਕਰਕੇ ਸਰੀ ਦੇ ਬਾਰੇ ਜਾਣਨਾ ਚਾਹੂੰਗਾ ਕਿਉਂਕਿ ਇੱਕ ਤੇ ਸਾਡੇ ਬਰੈਂਪਟਨ ਦੇ ਵਿੱਚ ਕਾਫੀ ਲੋਕਾਂ ਨੂੰ ਇਹ ਨਾਮਰਾਦ ਬਿਮਾਰੀ ਨੇ ਘੇਰਿਆ ਹੈ ਇਸੇ ਤਰੀਕੇ ਨਾਲ ਸਰੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹਨ ਜੀ ਸੋ ਜਿਹੜਾ ਸਾਡਾ BC ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੰਬਰ ਹਾਲੇ ਘੱਟ ਹੈਗੇ ontario ਦੇ ਮੁਤਾਬਕ ਦੇ ਨਾਲ ਪਰ ਇੱਥੇ ਵੀ ਬਹੁਤ ਸਾਰੇ ਨੰਬਰ ਇਨਕਰੀਜ਼ ਹੋ ਰਹੇ ਪਏ ਜਿਹੜੇ ਵਿਅਕਤੀ ਹੈਗੇ ਆ COVID-19 ਦੇ ਨਾਲ ਹੈਗੇ ਤੇ ਇੱਥੇ ਈਵਨ ਬ੍ਰਿਟਿਸ਼ ਕੋਲੰਬੀਆ ਜਿਹੜਾ ਸਰੀ ਦਾ ਏਰੀਆ ਹੈਗਾ ਫਰੇਜ਼ਰ ਹੈਲਥ ਉੱਥੋਂ ਸਭ ਤੋਂ ਵੱਧ ਕੇਸਿਸ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਛਾ ਇੱਕ ਤੇ ਮੈਂ ਮੰਨਦਾ ਕਿ ਇਹ ਨੰਬਰ ਜ਼ਿਆਦਾ ਜਿੱਥੇ ਆਪਣੇ ਲੋਕੀ ਹਨ ਜ਼ਿਆਦਾ ਹਨ ਲੇਕਿਨ ਇਹਦੇ ਕਾਰਨ ਕੀ ਹਨ ਕੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਕਿ ਆਪਣੇ ਲੋਕੀ ਫਰੰਟ ਲਾਈਨ ਤੇ ਹਨ ਇਸ ਕਰਕੇ ਜਦੋਂ ਫਰੰਟ ਲਾਈਨ ਤੇ ਹੋਣਗੇ ਡਾਕਟਰ ਹੋਣਗੇ ਨਰਸਿਸ ਹੋਣਗੀਆਂ ਟਰੱਕ ਡਰਾਈਵਰ ਹੋਣਗੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਜਿਹੜੇ ਕਿ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਨ ਇਵੈਂਚੁਅਲੀ ਉਹਨਾਂ ਨੂੰ ਜ਼ਿਆਦਾ ਹੋਵੇਗਾ ਲੇਕਿਨ ਇੱਕ ਬੰਨੇ ਆਪਣੀ ਕਮਿਊਨਿਟੀ ਨੂੰ ਮੈਂ ਸਮਝਦਾ ਕਿ ਟਾਰਗੇਟ ਵੀ ਕੀਤਾ ਜਾ ਰਿਹਾ ਇੱਕ ਐਂਗਲ ਨੂੰ ਭੁੱਲਿਆ ਜਾ ਰਿਹਾ ਕਿ ਇਹ ਕਮਿਊਨਿਟੀ ਜਿਹੜੀ ਆ ਫਰੰਟ ਲਾਈਨ ਵਾਲੀ ਕਮਿਊਨਿਟੀ ਹੈ ਸੋ ਜੇਕਰ ਵੱਧ ਤੋਂ ਵੱਧ ਨਾਲ ਦੀ ਨਾਲ ਇਹ ਵੀ ਚੀਜ਼ ਨੂੰ ਧਿਆਨ 'ਚ ਮੀਡੀਆ ਰੱਖਦਾ ਆ ਗੱਲ ਕਰੇ ਕਿ ਹਾਂ ਇਹ ਕਮਿਊਨਿਟੀ ਫਰੰਟ ਲਾਈਨ ਤੇ ਰਹਿਣ ਵਾਲੀ ਹੈ ਇਹ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜ਼ਿਆਦਾ ਯੋਗਦਾਨ ਪਾ ਰਹੇ ਹਨ ਇਸ ਕਰਕੇ ਇਸ ਕਮਿਊਨਿਟੀ ਦੇ ਵਿੱਚ ਜ਼ਿਆਦਾ COVID-19 ਪਾਇਆ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਸ ਪ੍ਰਤੀ ਅੰਕਲ ਜੀ ਅਸੀਂ ਇੱਥੇ ਆਏ ਹੋਏ ਅੱਜ not to put blame on any community ਨਹੀਂ ਅਸੀਂ ਕੋਈ ਮੀਡੀਆ 'ਚ ਇਦਾਂ ਦੀ ਗੱਲ ਕਰਦੇ ਨਹੀਂ ਪਏ ਜਿੱਦਾਂ ਕਿ ਸਾਡੇ ਬੰਦੇ ਨਹੀਂ ਕਰਦੇ ਪਏ ਠੀਕ ਸਾਨੂੰ ਇਦਾਂ ਹੈਗਾ ਸਾਨੂੰ we are worried we were concerned about our population ਜਿਹੜਾ ਸਾਊਥ ਏਸ਼ੀਅਨ ਤੇ ਸਾਰੇ ਕੈਨੇਡੀਅਨ population ਤੇ ਅਸੀਂ ਇੱਥੇ ਆਏ ਹੋਏ ਆਪਣੇ ਫਾਇਦੇ ਦੀ ਗੱਲ ਕਰਨ ਦੀ ਰਾਈਟ ਤੇ ਜਿਹੜੀਆਂ ਇਸ ਦੀਆਂ ਹਦਾਇਤਾਂ ਹੈਗੀਆਂ ਇਹ ਸਾਡੇ ਲਈ ਫਾਇਦਾ ਹੈਗੀਆਂ ਸਾਡੇ ਪਰਿਵਾਰਾਂ ਵਿੱਚ ਫਾਇਦਾ ਹੋਏਗਾ ਸਾਰੇ ਸਮਾਜ ਉੱਤੇ ਫਾਇਦਾ ਹੋਏਗਾ ਰਾਈਟ ਤੁਹਾਡੀ ਗੱਲ ਜਿਹੜੀ ਹੈਗੀ ਆ ਤੁਸੀਂ ਕਹਿੰਦੇ ਜਿਹੜਾ ਫਰੰਟ ਲਾਈਨ ਵਰਕਰਸ ਹੈਗੇ ਉਹ ਵੀ ਨਾਲ ਗੱਲ ਹੈਗੀ ਆ ਜ਼ਰੂਰ ਹੈਗੀ ਆ ਪਰ ਮੈਨੂੰ ਪਤਾ ਨਹੀਂ ਹੈਗਾ ਕਿ ਜਿੱਦਾਂ ਕੇਸ ਹੈਗੇ ਆ ਆਕਿਊਪੇਸ਼ਨ ਦੇ ਨਾਲ ਰਿਲੇਟ ਹੈਗੀ ਆ ਕੰਪਲੀਟਲੀ ਡਾਕਟਰ ਸਿੰਪ੍ਰੀਤ ਜੀ ਤੁਸੀਂ ਸਾਡੇ ਨਾਲ ਇਸੇ ਪ੍ਰਕਾਰ ਬਣੇ ਰਹੋ ਤੁਹਾਨੂੰ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿਉਂਕਿ ਖਾਸ ਕਰਕੇ ਤੁਸੀਂ ਆਈ ਥਿੰਕ ਬਰੈਂਪਟਨ ਦੇ ਵਿੱਚ ਹੀ ਡਾਕਟਰ ਹੋ ਕੀ ਤੁਸੀਂ ਦੱਸੋਗੇ ਕਿ ਦੀਵਾਲੀ ਤੋਂ ਬਾਅਦ ਨੰਬਰ ਵਧੇ ਹਨ ਜਾਂ ਫਿਰ ਦੀਵਾਲੀ ਤੋਂ ਪਹਿਲਾਂ ਵੀ ਨੰਬਰ ਜਿਹੜੇ ਵੱਧ ਰਹੇ ਸਨ ਸੋ ਆਪਾਂ ਦੇਖਦੇ ਹਾਂ ਜਦੋਂ ਦੀਵਾਲੀ ਹੋਈ ਸੀਗੀ ਨਾ 2 ਹਫ਼ਤੇ ਪਹਿਲਾਂ ਹੈਲੋਵੀਨ ਹੋਈ ਸੀਗੀ ਓਕੇ ਸੋ 2 ਹਫ਼ਤੇ ਪਹਿਲਾਂ ਹੈਲੋਵੀਨ ਹੋਈ ਸੀਗੀ ਤੇ ਲੋਕੀ ਟੁਗੇਦਰ ਹੋਏ ਸੀਗੇ ਜੀ So also we started seeing that number started going up. ਜਦੋਂ ਦੀਵਾਲੀ ਸੀ ਤੇ ਅੰਕਲ I understand ਜਿਹੜਾ ਆਪਣੇ ਜਿਹੜੇ ਫਰੰਟ ਲਾਈਨ ਵਰਕਰ ਹੈਗੇ ਆ ਇਹ ਜਿਹੜਾ ਇੱਕ ਰੀਜ਼ਨ ਹੈਗਾ that ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਇਨਫੈਕਟਡ ਆ but ਆਪਾਂ ਨੂੰ also ਜਿੱਦਾਂ ਤੁਸੀਂ ਵੀ ਕਿਹਾ ਪਹਿਲਾਂ that we need to realize that ਲੋਕੀ ਹੱਲੇ ਵੀ ਇੱਕ ਦੂਜੇ ਦੇ ਘਰ ਜਾਂਦੇ ਆ ਓਕੇ ਤੇ ਇਸ ਕਰਕੇ ਹੁਣ ਦੀਵਾਲੀ ਮੈਨੂੰ ਵੀ ਪਤਾ ਮੇਰੇ ਕੰਟੈਕਟਸ ਪਤਾ ਮੇਰੇ ਮੰਮੀ ਤੋਂ ਵੀ ਪਤਾ ਲੱਗਾ that families like 3-4 ਫੈਮਲੀਆਂ ਹੱਲੇ ਵੀ ਇੱਕ ਘਰ ਦੇ ਵਿੱਚ ਜਾਂਦੀਆਂ ਸੀਗੀਆਂ because ਏਦਾਂ ਲੋਕੀ ਸਮਝਦੇ ਆ that ਜੇ ਮੇਰੇ ਕੋਲ ਨਹੀਂ ਸਿੰਪਟਮ ਹੈਗੇ ਤੇ ਉਹਨਾਂ ਨੂੰ ਨਹੀਂ ਸਿੰਪਟਮ ਹੈਗੇ ਆਪਾਂ ਤੇ ਇੱਕ ਦੂਜੇ ਦੇ ਘਰ ਜਾ ਸਕਦੇ ਆ ਪਰ ਇਹ ਨਹੀਂ ਸੱਚ ਗੱਲ ਇਹ ਜਿਹੜੀ ਬਿਮਾਰੀ ਹੈਗੀ ਆ ਤੇ ਇਹ ਜ਼ਿਆਦਾ ਫੈਲਦੀ ਆ ਕਰਕੇ ਕੋਈ ਲੋਕਾਂ ਨੂੰ ਕੋਈ ਨਹੀਂ ਸਿੰਪਟਮ ਹੈਗੇ ਆ ਤੇ ਇਸ ਕਰਕੇ ਇਹ ਜਿਹੜੇ ਆਪਣੇ ਬਜ਼ੁਰਗ ਵਗੈਰਾ ਹੈਗੇ ਆ ਤੇ ਅਸੀਂ ਤੇ ICU ਦੇ ਵਿੱਚ ਯੰਗ ਲੋਕਾਂ ਨੂੰ ਵੀ ਦੇਖਦੇ ਆ 30s 40 years old young people ਜਿਹੜੇ ਹੈਲਥੀ ਆ ਆਪਣੇ ਜਿਹੜੇ ICU ਵੈਂਟੀਲੇਟਰ ਲਾਈਫ ਸਪੋਰਟ ਦੇ ਉੱਤੇ ਲੱਗੇ ਆ ਜੀ ਇਸ ਕਰਕੇ 2 ਹਫ਼ਤਿਆਂ ਦੇ ਵਿੱਚ ਜਦੋਂ ਦੀਵਾਲੀ ਸੀ yes apne je numbers are we are going to see a rise for sure that's why asi and I'm so happy that Sur Sagar tusi virtual karde pe paath because asi sadi benti hegi a apne jere lokan nu that apni jere apnu sareyan nu bachao ਘਰ ਗੁਰਪੁਰ ਮਨਾਓ ਤੁਸੀਂ ਪਾਠ ਕਰੋ ਘਰ ਬਾਬਾ ਜੀ ਸਾਰੇ ਪਾਸੇ ਹੈਗੇ ਆ ਤੁਹਾਨੂੰ ਗੁਰਦੁਆਰੇ ਜਾਣਾ ਨਹੀਂ like you don't have to go to the gurdwara to be closer to God he's everywhere ਬਿਲਕੁਲ ਜੀ ਜਿਹੜੀ ਡਾਕਟਰ ਸਮਜੀਤ ਜੀ ਨੇ ਗੱਲਬਾਤ ਕੀਤੀ ਆ ਉਸ ਦੀ ਅਸੀਂ ਪ੍ਰੋੜਤਾ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਪਲੀਜ਼ ਘਰਾਂ ਦੇ ਵਿੱਚ ਬੈਠੇ ਰਹੋ ਜੋ ਤੁਹਾਨੂੰ ਸਰਵਿਸਿਜ਼ ਹਨ ਘਰਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਤੇ ਬਾਹਰ ਤੁਸੀਂ ਕਾਹਦੇ ਲਈ ਜਾਣ ਦੀ ਤੁਹਾਨੂੰ ਜ਼ਰੂਰਤ ਹੈ
ਤੁਹਾਨੂੰ ਅਸੀਂ ਸ੍ਰੀ ਅਖੰਡ ਪਾਠ ਸਾਹਿਬ TV ਤੇ ਰੇਡੀਓ ਤੇ ਹਰ ਇੱਕ ਸਾਧਨ ਰਾਹੀਂ ਤੁਹਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੇ ਇੱਥੋਂ ਤੀਕ ਕਿ ਅਸੀਂ ਜੇਕਰ ਤੁਸੀਂ ਆਪਣੇ ਕਮਰੇ 'ਚ ਬੈਠ ਕੇ ਵੇਖਣਾ ਤੇ ਤੁਸੀਂ ਕਮਰੇ ਦੇ ਵਿੱਚ ਈ ਬਾਬਾ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਤੇ ਬਹਿ ਕੇ ਵੇਖੀ ਜਾਓ। ਸਾਰੇ ਪਰਿਵਾਰ 'ਚ ਵੀ ਬੈਠਣ ਦੀ ਲੋੜ ਨਹੀਂ ਗੀ, ਕੱਲੇ ਕੱਲੇ ਤੁਸੀਂ ਆਪੋ ਆਪਣੇ ਕਮਰੇ ਦੇ ਵਿੱਚ ਬੈਠ ਕੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇੰਸਟੈਡ ਆਫ ਕਿ ਸਾਰੇ ਇਕੱਠੇ ਬਹੋ, ਆਪੋ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਆਪਣੇ ਆਈਪੈਡ ਤੇ, ਆਪਣੇ ਟੈਬਲੇਟ ਤੇ ਜਾਂ ਆਪਣੇ ਕਮਰੇ ਦੇ ਵਿੱਚ ਆਪਣੇ ਫੋਨ ਤੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਪਾਠ ਸਰਵਣ ਕਰ ਸਕੋਗੇ। ਇਹ ਇਸ ਵੇਲੇ ਅਤੀ ਜ਼ਰੂਰੀ ਹੈ ਕਿਉਂਕਿ ਅਖੰਡ ਪਾਠ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਿਆਂ 'ਚ ਪਹੁੰਚਦੀਆਂ ਹਨ। ਲੇਕਿਨ ਇਸ ਵਾਰੇ ਪਲੀਜ਼ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ 10 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਵੀ ਜ਼ਿਆਦਾ ਹੋਣਗੇ ਉਹਨਾਂ ਨੂੰ ਭਾਰੀ ਜੁਰਮਾਨਾ ਦਿੱਤਾ ਜਾਊਗਾ ਗਵਰਨਮੈਂਟ ਮਿਊਨਿਸਪੈਲਿਟੀਜ਼ ਵੱਲੋਂ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਘਰ ਵਿੱਚ ਹੀ ਬਣੇ ਰਹਿਣਾ, ਬਾਹਰ ਜਾਣ ਦੀ ਜ਼ਰੂਰਤ ਨਹੀਂ ਗੀ। ਅਸੀਂ ਬਾਰ-ਬਾਰ ਅਸੀਂ ਆਪ ਜੀ ਨੂੰ ਇਹੋ ਅਪੀਲ ਕਰਦੇ ਹਾਂ। ਬ੍ਰਿਗੇਡੀਅਰ ਸਾਹਿਬ, ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਾਡੇ ਪਾਸ ਡਾਕਟਰ ਸਾਹਿਬਾਨ ਹਨ, ਸੋ ਤੁਸੀਂ ਵੀ ਆਪਣੀ ਕੋਈ ਇਹਨਾਂ ਨੂੰ ਸਵਾਲ ਕਰੋ ਜੀ ਆਪਣੇ ਮੁਤਾਬਕ, ਤਾਂ ਕਿ ਸਾਡੇ ਦਰਸ਼ਕ ਸਾਡੇ ਸਰੋਤੇ ਇਸ ਤੋਂ ਵਰਜਨ ਕੇ ਬਾਹਰ ਨਹੀਂ ਜਾਣਾ, ਸਟੋਰਾਂ ਤੇ ਨਹੀਂ ਜਾਣਾ। ਗਰੋਸਰੀ ਤੁਸੀਂ ਜੇਕਰ ਲੈਣ ਜਾਣਾ ਤੇ ਲਿਮਟਿਡ ਇੱਕ ਹੀ ਜਾਓ, ਵੱਧ ਤੋਂ ਵੱਧ 2 ਜਾਣੇ ਚਲੇ ਜਾਓ। ਜਿਸ ਤਰ੍ਹਾਂ ਆਪਾਂ ਕਾਰਾਂ ਭਰ ਕੇ ਜਾਂਦੇ ਹਾਂ ਜਾਂ ਫਿਰ ਹਰ ਰੋਜ਼ ਤੁਰੇ ਰਹਿੰਦੇ ਹਾਂ, ਅੱਜ ਕੱਲ ਬਹੁਤ ਸਾਰੇ ਸਟੋਰਾਂ ਤੇ ਭੀੜ ਲੱਗੀ ਪਈ ਹੈ। ਕੀ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹਨ, ਕਮੋਡਿਟੀ ਹੈ, ਇਹ ਆਪਾਂ ਨੂੰ ਮਿਲਣੀ ਹੈ, ਲੇਕਿਨ ਪਤਾ ਨਹੀਂਗਾ ਕਿਉਂ ਲੈਣਾ ਲਾ ਕੇ ਲੋਕੀ ਬਾਹਰ ਖਲੋਤੇ ਹਨ। ਪਲੀਜ਼ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਟੋਰਾਂ 'ਚ ਇੰਨੀ ਵੱਡੀ ਗਿਣਤੀ ਵਿੱਚ ਇਕੱਤਰਤ ਨਾ ਹੋ। ਘਰ ਤੁਸੀਂ COVID-19 ਲੈ ਆਓਗੇ, ਕੋਈ ਨਾ ਕੋਈ ਬਜ਼ੁਰਗ ਨੂੰ ਲੈ ਬੈਠੋਗੇ, ਖੁਦ ਆਪਣੇ ਆਪ ਨੂੰ ਵੀ ਲੈ ਬੈਠੋਗੇ। ਬ੍ਰਿਗੇਡੀਅਰ ਸਾਹਿਬ, ਆਪ ਜੀ ਦਾ ਕੀ ਕਹਿਣਾ ਜੀ? ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਇਹ ਪੁਆਇੰਟ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਵੇਖਦੇ ਆ ਕਿ ਜੇ ਕਿਸੇ ਨੂੰ ਮਿਲਣਾ, ਫੈਮਿਲੀ 'ਚ ਗੈਟ ਟੂਗੇਦਰ ਕਰਨਾ, ਜਿਹਨੂੰ ਕੋਈ ਸਿੰਪਟਮਸ ਹੈ ਉਹ ਤਾਂ ਨਾ ਆਵੇ, ਪਰ ਜਿਹੜੇ ਚੰਗੇ ਭਲੇ ਬੰਦੇ ਆ ਉਹ ਭਾਵੇਂ ਉਹਨੂੰ ਪਹਿਲੀ ਵਾਰ ਵੀ ਮਿਲ ਰਹੇ ਹੋ ਆ ਜਾਵੇ, ਉਹਦੇ ਨਾਲ ਤੁਸੀਂ ਭਾਵੇਂ ਹੱਥ ਮਿਲਾ ਲਓ, ਕੋਈ ਕੋਲ ਬੈਠ ਜਾਓ। ਪਰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਬੰਦਾ ਠੀਕ ਠਾਕ ਲੱਗਦਾ ਉਹ ਵੀ ਕੈਰੀਅਰ ਹੋ ਸਕਦਾ, ਉਹ ਵੀ ਤੁਹਾਨੂੰ ਸਪਰੈਡ ਕਰ ਸਕਦਾ ਜੀ। तो ये चीज मेरे ख्याल सानू भी नहीं समझ आई और ईवन डोनाल्ड ट्रंप ਨੂੰ नहीं हाले तक समझ आई। तो हरेक जे साडी कम्युनिटी वाले इस चीज ਨੂੰ ਸਮਝਣ तो शायद मेरे ख्याल अगले 2 महीने ਜਿਹੜੀ अपील कर रहे हैं कि ਤੁਸੀਂ ਕਿਸੇ ਨੂੰ ਨਾ ਆਉਣ ਦਿਓ ਜਾਂ ਕਿਸੇ ਦੇ ਘਰ ਜਾਓ ਜਦੋਂ ਤੱਕ ਤੁਸੀਂ ਉਹਨੂੰ ਅਵੋਇਡ ਕਰ ਸਕਦੇ ਹੋ। दूसरी गल ये है कि जो असी कारण ਇਹਦੇ डॉक्टर साहब एनालाइज कीते है, एक तो फ्रंट लाइन वर्कर्स है, पर जे असी सिर्फ ब्रैम्पटन की गल करिए, ब्रैम्पटन दे विच हाले भी जिहड़ा हैल्थ केयर, हालांकि हैल्थ केयर वर्कर्स अपनी टॉप स्पीड ते टॉप जिहड़ी उन्हां दी कैपेसिटी है उत्ते काम कर रहे हैं, पर इत्थे जिहड़ा बैड रेशो है ऑलमोस्ट 1 दे नेड़े है 1000 पॉपुलेशन लई, और बाकी पूरे कैनेडा दे विच 2.11 ਜਾਂ 2.16 है। एक ये चीज़ भी लोगों को इर्क करती है। ਇਹਦੇ ਨਾਲ ਨਾਲ ਜਿਹੜੀ ਮੇਜਰ ਚੀਜ਼ ਇਸ ਵੇਲੇ ਅੱਗੇ ਆ ਰਹੀ ਹੈ ਕਿ ਪੰਨੂ ਸਾਹਿਬ ਇਹ ਕਿਹਾ ਜਾ ਰਿਹਾ ਕਿ ਕਿਸੇ ਨੂੰ ਜਦੋਂ ਕੋਵਿਡ ਹੋ ਜਾਂਦਾ, ਕਿਸੇ ਬੱਚੇ ਨੂੰ ਹੋ ਜਾਂਦਾ ਜਾਂ ਕੋਈ ਬਾਹਰੋਂ ਆਉਂਦਾ ਜਿਹਨੂੰ ਆਈਸੋਲੇਟ ਕਰਨ ਨੂੰ ਕਹਿੰਦੇ ਆ, ਉਹ ਨਾਰਮਲੀ 에어ਪੋਰਟ ਤੇ ਕਹਿ ਦਿੰਦੇ ਆ ਵੀ ਮੈਂ ਘਰੇ ਕਰ ਲਾਂਗਾ, ਮੇਰੇ ਘਰ ਰਿਕੁਆਇਰਮੈਂਟ ਤਾਂ ਇਹ ਹੁੰਦੀ ਹੈ ਯੂ ਨੀਡ 1 ਰੂਮ ਐਂਡ ਅ ਸੈਪਰੇਟ ਵਾਸ਼ਰੂਮ ਜੀ। ਪਰ ਸਾਡੇ 80% ਘਰਾਂ ਦੇ ਵਿੱਚ ਇਹੋ ਜਿਹੀ ਸਹੂਲਤ ਨਹੀਂ ਹੈ ਕਿਉਂਕਿ 5 ਜੁਆਇੰਟ ਫੈਮਲੀਆਂ ਰਹਿ ਰਹੀਆਂ, 3 ਜਨਰੇਸ਼ਨ ਰਹਿ ਰਹੀਆਂ। ਇਸੇ ਤਰ੍ਹਾਂ ਕਿਸੇ ਬੱਚੇ ਨੂੰ ਹੋ ਜਾਂਦਾ, ਜੇ 6-7 ਜਾਣੇ ਹੋਰ ਉਸ ਘਰ ਦੇ ਵਿੱਚ ਰਹਿ ਰਹੇ ਆ, ਉਹ ਆਈਸੋਲੇਟ ਕਰਨ ਲਈ ਉੱਥੇ ਜਗ੍ਹਾ ਹੀ ਨਹੀਂ ਹੈ, ਤੇ ਇਹਦਾ ਮਤਲਬ ਉਹ ਕਿਸੇ ਨੂੰ ਮਿਲ ਜਾਏਗਾ। ਇਹ ਵੀ ਇੱਕ ਜ਼ਰੂਰਤ ਨਹੀਂ ਹੈ ਬਰੈਂਪਟਨ ਦੇ ਵਿੱਚ, ਖਾਸ ਕਰ ਗਵਰਨਮੈਂਟ ਜਾਂ ਆਪਣੇ ਇੱਥੋਂ ਦੀ ਸਿਟੀ ਕੁਛ ਇੱਕ ਮੋਟਲ ਹਾਇਰ ਕਰ ਲਏ ਜਾਂ ਕੋਈ ਸ਼ੈਲਟਰ ਹਾਇਰ ਕਰ ਲਏ ਕਿ ਜੇ ਕਿਸੇ ਨੂੰ ਫੈਮਿਲੀ ਦੇ ਵਿੱਚ ਹੋ ਜਾਂਦਾ, ਕਿਉਂਕਿ ਪ੍ਰੈਕਟੀਕਲ ਸੋਲੂਸ਼ਨ ਸਾਨੂੰ ਲੱਭਣੇ ਪੈਣੇ ਆ, ਨਹੀਂ ਤਾਂ ਫਿਰ ਉਸੇ ਤਰ੍ਹਾਂ ਸਪਰੈਡ ਹੁੰਦਾ ਰਹੇਗਾ। ਜਦ ਤੱਕ ਉਹ ਜਿਹੜੀ ਹੈਗੀ ਸੋਲੂਸ਼ਨ ਉਹਨੂੰ ਨਾ ਲੱਭੀਏ ਤਾਂ ਫਿਰ ਬਦਨਾਮੀ ਬਰੈਂਪਟਨ ਨੂੰ ਆਉਂਦੀ ਰਹੇਗੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ? हाँ जी डॉक्टर साहब, आप जी की कहना चाहोगे कि जिस तरह नंबर वध रहे हैं घरां दे विच 3 जनरेशन रहिंदियां हन, की गवर्नमेंट नूं वैसे तो आपां नूं ज़्यादा उत्तर नहीं दे सकणगे, कोई इहो जी भी अप्रोच करनी चाहिए गवर्नमेंट तक के कोई ना कोई
ਮੋਟਲ ਹੋਟਲਸ ਇਹੋ ਜੀ ਅਕਮੋਡੇਸ਼ਨ ਹੋਵੇ ਕਿ ਜੇਕਰ ਕਿਸੇ ਘਰ ਦੇ ਵਿੱਚ ਹੋ ਜਾਂਦਾ ਹੈ ਤੇ ਇੰਸਟੈਡ ਆਫ ਉਹਨੂੰ ਘਰ 'ਚ ਰੱਖਿਆ ਜਾਵੇ ਉਹਨੂੰ ਤੁਸੀਂ ਬਾਹਰ ਭੇਜ ਦਿਓ, ਕਿ ਇਹ ਠੀਕ ਤਰੀਕਾ ਹੋ ਸਕਦਾ ਜੀ? ਹਾਂਜੀ, ਸੋ ਇਹ ਹੈਗੇ ਆਈਸੋਲੇਸ਼ਨ ਸੈਂਟਰਸ ਜੀ। ਆਈਸੋਲੇਸ਼ਨ ਸੈਂਟਰ ਹੈਗੇ ਮਿਸਿਸਾਗਾ ਦੇ ਵਿੱਚ ਤੇ ਇੱਕ ਬ੍ਰੈਂਪਟਨ ਦੇ ਵਿੱਚ ਖੁੱਲੂਗਾ ਸ਼ੋਰਟਲੀ, ਪਰ ਆਪਾਂ ਨੂੰ ਆਬਵੀਅਸਲੀ ਮੋਰ ਦੈਨ ਵਨ ਚਾਹੀਦਾ ਕਰਕੇ ਆਪਣਾ ਪੋਪੂਲੇਸ਼ਨ ਵੱਡਾ ਹੈਗਾ। ਇਹ ਹੈਗੀ ਜਿਹੜੀ ਸਾਡੀ ਟਾਸਕ ਫੋਰਸ ਹੈਗੀ ਆ, ਇੱਕ ਤੇ ਹੈਗੀ ਇੱਕ ਜਿਹਨਾਂ ਸਾਡਾ ਮਿਸ਼ਨ ਹੈਗਾ that ਅਸੀਂ ਇਨਕਰੀਜ਼ ਕਰੀਏ ਐਜੂਕੇਸ਼ਨ ਅਮੰਗਸਟ ਆਰ ਕਮਿਊਨਿਟੀ। ਹੋਰ ਸਾਡੀ ਜਿੱਦਾਂ ਆਰਮ ਹੈਗੀ ਆ ਜਿਹੜੀ ਇਸ ਇਦਾਂ ਦੀਆਂ ਚੀਜ਼ਾਂ ਇਸ ਗੋਣਾ ਸort of advocate for, okay? ਇੱਕ ਤੇ ਹੈਗਾ ਆਈਸੋਲੇਸ਼ਨ ਸੈਂਟਰਸ। ਨੰਬਰ 2, ਹਾਂਜੀ ਸਾਨੂੰ ਪਤਾ ਹਸਪੀਟਲ ਜਿਹੜਾ ਇੱਕ ਹਸਪੀਟਲ ਇੰਨੀ ਜ਼ਿਆਦਾ ਦੁਨੀਆ ਵਾਸਤੇ ਇੰਨੀ ਦੇਰ ਹੋ ਗਈ that we need another hospital, but ਜੇ ਇਹ ਹੈਗੀ ਜਿਹੜੀ long term, I think ਜਿਹੜਾ pandemic ਇਹ highlight ਹੋਇਆ that we were underfunded in the Brampton area, Peel region. ਜੀ। But like all over, I can say all over Ontario, healthcare has been in need for a very long time. But apna hun zyada highlight hoya Brampton de vich. ਇਹ ਵੀ ਹੈਗੀ ਹੈ ਜਿਹੜਾ ਲੌਂਗ ਟਰਮ ਵਾਸਤੇ ਅਸੀਂ ਟਾਸਕ ਫੋਰਸ ਵਗੈਰਾ ਲੌਬੀ ਵਗੈਰਾ ਅਸੀਂ ਸਾਰੇ ਮਿਨਿਸਟਰਸ ਵਗੈਰਾ ਸਾਰਿਆਂ ਨੂੰ ਕਹਿੰਦੇ ਆ, ਪਰ ਇਹ ਜਿਹੜੇ ਸੋਲੂਸ਼ਨ ਹੈਗਾ ਇਹ ਲੌਂਗ ਟਰਮ ਹੈਗਾ ਜਿਹੜਾ ਆਪਾਂ ਹੁਣ ਕਰ ਸਕਦੇ ਹੈਗੇ ਆ। we're working on the isolation centers, ਇਹ ਜਿਹੜੇ ਫੰਡਿੰਗ ਵਗੈਰਾ ਇਹ ਫੈਡਰਲ ਲੈਵਲ ਤੋਂ ਆਉਂਦੀ ਆ ਜੀ। ਜਿਹੜੇ ਅਸੀਂ ਹੋਰ ਕੁਝ ਕਰਦੇ ਆ ਦਾ ਟੈਸਟਿੰਗ ਸੈਂਟਰ, ਸਾਨੂੰ ਪਤਾ ਦਾ ਜਿਹੜੇ ਆਪਣੇ ਲੋਕੀ ਜਿਹੜੀਆਂ ਜੌਬਾਂ ਕਰਦੇ ਆ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ ਅਪਾਇੰਟਮੈਂਟ ਬਣਾਉਣ ਲਈ, ਰਾਈਟ? ਸੋ ਸਾਨੂੰ ਚਾਹੀਦੀਆਂ ਜਿਹੜੀਆਂ ਟੈਸਟਿੰਗ ਸੈਂਟਰ ਜਿਹੜੇ ਤੁਸੀਂ ਜਸਟ ਵਾਕ ਇਨ ਕਰਕੇ ਕਰ ਸਕਦੇ ਆ। ਸੋ ਇਹ ਵੀ ਅਸੀਂ ਚੀਜ਼ ਜਿਹੜੀ ਅਸੀਂ ਕਹਿੰਦੇ ਪਏ ਸਾਨੂੰ ਇਹ ਚਾਹੀਦੀ ਆ ਸਪੈਸ਼ਲੀ ਇਨ ਦਾ ਪੀਲ ਰੀਜਨ। ਪਰ ਜਦੋਂ ਅਸੀਂ ਨੰਬਰਸ ਦੇਖਦੇ ਆ ਜਿਹੜੀਆਂ ਹੈਗੀਆਂ ਅਸੈਸਮੈਂਟ ਸੈਂਟਰਸ ਆ ਜਿੰਨੇ ਉਹਨਾਂ ਦੀ ਕੈਪੈਸਿਟੀ ਹੈਗੀ ਆ ਟੈਸਟ ਕਰਨ ਲਈ ਆਪਣੇ ਪੀਲ ਰੀਜਨ ਦੇ ਵਿੱਚ ਘੱਟ ਆ। ਆਪਣੇ ਜਿਹੜੇ ਲੋਕੀ ਆ ਉਹ ਈਦਰ ਡਰਦੇ ਆ ਟੈਸਟ ਤੋਂ, ਮੇਬੀ ਉਹਨਾਂ ਨੂੰ ਲੱਗਦਾ ਜਾਂ ਦੁਖਦਾ ਹੈਗਾ ਔਰ ਇਦਾਂ ਹੈਗਾ। ਮੇਰੇ ਟੈਸਟ ਮੈਂ ਪਰਸਨਲੀ ਤੁਹਾਨੂੰ ਦੱਸੀ ਮੈਂ 2 ਵਾਰੀ ਮੇਰੇ ਆਪ ਹੋਇਆ, ਥੋੜੀ ਜਿਹੀ ਡਿਸਕੰਫਰਟ ਹੈਗੀ ਆ ਪਰ ਬਹੁਤ ਥੋੜੀ ਆ ਤੇ ਫਿਰ ਠੀਕ ਆ। ਇਹ ਤੁਸੀਂ ਸਮਝੋ ਇਹ ਕਿਸਮ ਦੀ ਸੇਵਾ ਹੈਗੀ ਆ। ਜੇ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਸਕਦੇ ਆ ਮੇਰੇ ਕੋਲ ਕੋਵਿਡ ਆ, ਤੁਸੀਂ ਹੋਰਾਂ ਨੂੰ ਬਚਾ ਸਕਦੇ ਆ, ਓਕੇ? ਇਹ ਹੈਗੀ ਇੱਕ ਚੀਜ਼। ਅਸੀਂ ਆਲਸੋ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਦੇ ਨਾਲ ਕੰਟੈਕਟ ਕੀਤਾ ਔਰ ਤੁਸੀਂ ਕੋਈ ਤੁਹਾਡੇ ਕੋਲ ਸਿੰਪਟਮਸ ਹੈਗੇ ਆ, ਪਲੀਜ਼ ਗੋ ਆਊਟ ਐਂਡ ਗੈਟ ਟੈਸਟਡ। ਪਲੀਜ਼ ਤੁਸੀਂ ਜਾਓ ਤੇ ਟੈਸਟ ਕਰਾਓ, ਓਕੇ? ਐਂਡ ਤੀਸਰੀ ਹੈਗੀ ਆ ਜਿਹੜੇ ਸਿੰਪਟਮ ਵੀ ਹੈਗੇ ਆ ਨਾ ਇਹ ਬਹੁਤ ਡਿਫਰੈਂਟ ਹੈਗੇ ਆ। ਆਈ ਥਿੰਕ ਆਪਣੀ ਕਮਿਊਨਿਟੀ ਵਿੱਚ ਕਰਕੇ ਆਪਾਂ ਆਲਵੇਜ਼ ਸਮਝੇ ਉਹ ਜੇ ਫਲੂ ਹੈਗਾ ਤੁਹਾਡੇ ਕੋਲ ਕੋਵਿਡ ਹੈਗਾ। ਹਾਂਜੀ, ਜਿਹੜੇ ਫਲੂ ਦੇ ਜਿਹੜੇ ਸਿੰਪਟਮ ਹੈਗੇ ਆ, ਜਿਹੜੀ ਖੰਘ, ਗਲਾ ਦੁਖਦਾ, ਜਿੱਦਾਂ ਸਾਹ ਬੰਦ ਹੁੰਦਾ, ਉਹ ਹੈਗੀਆਂ ਸਿੰਪਟਮਸ। ਪਰ ਜਦੋਂ ਢਿੱਡ ਦੁਖਦਾ, ਸਮ ਲੋਕੀ ਆਉਂਦੇ ਆ ਜਿਹਨਾਂ ਨੂੰ ਜਦ ਲੂਸ ਮੋਸ਼ਨਸ ਵਗੈਰਾ ਹੈਗੇ ਆ, ਹੱਡ ਪੈਰ ਟੁੱਟਦੇ ਆ, ਉਦਾਂ ਵੀਕ ਫੀਲ ਕਰਦੇ ਆ, ਉਹ ਵੀ ਕੋਵਿਡ ਹੋ ਸਕਦੀ ਆ। ਸੋ ਅਸੀਂ ਕਹਿੰਦੇ ਜੇ ਤੁਹਾਡੇ ਕੋਲ ਇਦਾਂ ਦੇ ਸਿੰਪਟਮ ਹੈਗੇ ਆ ਪਲੀਜ਼ ਟੈਸਟ ਕਰਾਓ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਲੂ ਦੇ ਸਿੰਪਟਮ ਤੇ ਕੋਵਿਡ ਦੇ ਸਿੰਪਟਮ ਜਿਹੜੇ ਅਲੱਗ ਹਨ ਤੇ ਆਮ ਆਦਮੀ ਨੂੰ ਪਤਾ ਨਹੀਂਗਾ ਕਿ ਕੋਵਿਡ ਦੇ ਕਿਹੜੇ ਹਨ ਤੇ ਫਲੂ ਦੇ ਕਿਹੜੇ ਹਨ। ਸੋ ਉਹਦੇ ਲਈ ਬੈਸਟ ਇਹੋ ਆ ਕਿ ਟੈਸਟ ਕਰਾਇਆ ਜਾਵੇ। ਹਾਂਜੀ, 100%। ਜੇ ਤੁਹਾਡੇ ਕੋਲ ਜੇ ਤੁਸੀਂ ਡਾਊਟ ਹੈਗਾ ਤੁਹਾਡੇ ਮਨ ਵਿੱਚ ਔਰ ਇਵਨ ਜੇ ਤੁਹਾਡੇ ਮਨ ਨੂੰ ਕ੍ਰਾਸ ਹੋਇਆ that ਇਹ ਕੋਵਿਡ ਹੋ ਸਕਦਾ, ਗੋ ਐਂਡ ਗੈਟ ਟੈਸਟਡ। ਔਰ ਉਨੀ ਦੇਰ ਤੱਕ ਆਪਣੀ ਫੈਮਿਲੀ ਤੋਂ ਅਲੱਗ ਰਹੋ ਜਿੰਨੀ ਦੇਰ ਤੱਕ ਰਿਜ਼ਲਟ ਨਹੀਂ ਆ ਜਾਂਦਾ, ਜਾਂ ਫਿਰ ਆਪਸ ਵਿੱਚ ਤੁਸੀਂ ਮਿਲ ਸਕਦੇ ਹੋ, ਆਪਸ ਵਿੱਚ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਹੋ, ਜਾਂ ਫਿਰ ਆਈਸੋਲੇਸ਼ਨ 'ਚ ਚਲੇ ਜਾਵੇ ਉਹ ਬੰਦਾ। ਤੁਹਾਨੂੰ ਆਈਸੋਲੇਸ਼ਨ ਦੇ ਵਿੱਚ ਸੋ ਤੁਸੀਂ ਜਾਓ ਟੈਸਟ ਕਰਾਓ, ਵਾਪਸ ਘਰ ਆਓ, ਸਿੱਧਾ ਘਰ, ਗਰੋਸਰੀ ਨੂੰ ਨਾ ਜਾਓ, ਇੱਥੇ ਨਾ ਜਾਓ, ਉੱਥੇ ਨਾ ਜਾਓ, ਘਰ ਜਾਓ ਡਾਇਰੈਕਟਲੀ ਤੇ ਆਈਸੋਲੇਟ ਕਰੋ। ਤੇ ਜਿੱਦਾਂ ਅੰਕਲ ਜੀ ਨੇ ਕਿਹਾ ਸੀ that ਜਿਹੜਾ ਕਮਰਾ ਆਈਡੀਅਲੀ ਹੋਗਾ ਜੇ ਤੁਸੀਂ ਇੱਕ ਕਮਰੇ ਦੇ ਵਿੱਚ ਜਿੱਥੇ ਤੁਹਾਡਾ ਸੈਪਰੇਟ ਬਾਥਰੂਮ ਹੈਗਾ ਨਾ ਉਹ ਆਈਡੀਅਲ ਹੈਗਾ। ਠੀਕ। ਡਾਕਟਰ ਜਸਦੀਪ ਜੀ ਸਾਡੇ ਨਾਲ ਪਲੀਜ਼ ਇਸੇ ਪ੍ਰਕਾਰ ਬਣੇ ਰਹੋ। ਅਸੀਂ ਕੁਝ BC ਦੇ ਦਰਸ਼ਕਾਂ ਤੇ ਸਰੋਤਿਆਂ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿ ਤੁਹਾਡੀ ਗਵਰਨਮੈਂਟ ਨੇ ਵੀ ਆਈਸੋਲੇਸ਼ਨ ਵਾਸਤੇ ਕੋਈ ਫੰਡ, ਕੋਈ ਜਗ੍ਹਾ ਨਿਯੁਕਤ ਕੀਤੀਆਂ ਹਨ? ਹਾਂਜੀ ਅੰਕਲ ਜੀ, BC ਦੇ ਵਿੱਚ ਕਮਿਊਨਿਟੀ ਸੈਲਫ ਆਈਸੋਲੇਸ਼ਨ ਸੈਂਟਰ ਹੈਗੇ ਆ
ਉਹ ਹੈਗੀ ਹੈ ਸਾਈਟਸ ਵੈਬਸਾਈਟ ਵੀ ਹੈਗੀ ਹੈ, ਉਹ ਸਾਰੇ ਦਰਸ਼ਕ ਦੇਖ ਸਕਦੇ ਆ, ਸਾਰੇ ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਹੈਗੀਆਂ। ਤੇ ਸਰੀ ਦੇ ਵਿੱਚ ਖਾਸ ਕਰਕੇ ਸਰੀ ਦੇ ਜਾਂ ਐਬਸਫੋਰਡ ਦੇ ਵਿੱਚ ਟੈਸਟਿੰਗ ਸੈਂਟਰ ਕਿੱਥੇ ਕਿੱਥੇ ਹਨ ਤੇ ਲੋਕੀ ਕਿੱਥੇ ਜਾ ਸਕਦੇ ਹਨ? ਸੋ ਸਰੀ ਦੇ ਵਿੱਚ ਟੈਸਟ ਸੈਂਟਰ ਹੈਗੇ ਆ, ਉਹ ਯੂਜੂਅਲੀ ਉਹਨਾਂ ਨੇ ਵੈਬਸਾਈਟ ਤੇ ਲੱਗੇ ਹੋਏ ਕਿ ਤੁਸੀਂ ਦੇਖ ਸਕਦੇ ਆ, ਸੰਪਰਕ ਕਰ ਸਕਦੇ ਆ, ਰਾਈਟ। ਤੇ BC ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੁੰਦੀ ਹੈ, ਤੁਸੀਂ ਜੇ ਤੁਹਾਨੂੰ ਲੱਗਦਾ ਤੁਹਾਨੂੰ ਟੈਸਟਿੰਗ ਦੀ ਲੋੜ ਹੈਗੀ, ਤੁਸੀਂ ਜਾ ਕੇ ਟੈਸਟ ਆਪਣਾ ਕਰਾ ਸਕਦੇ ਆ। ਤੇ ਜੇ ਕਿਸੇ ਨੂੰ ਕੋਈ ਕੁਐਸਚਨ ਵੀ ਹੈਗੇ, ਉਹ 811 ਇੱਕ ਨੰਬਰ ਹੈਗਾ, ਉਹਨਾਂ ਨੂੰ ਵੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ। ਤੇ ਆਪਣੇ ਜੇ ਸਿੰਪਟਮ ਵੀ ਜਿੱਦਾਂ ਸਿੰਪਟਮਸ ਹੈਗੇ ਆ, ਲੱਛਣ ਹੈਗੇ, ਉਹ ਤੁਸੀਂ ਉਹਨਾਂ ਦੱਸ ਸਕਦੇ ਆ ਤੇ ਉਹਨਾਂ ਨਾਲ ਗੱਲਬਾਤ ਐਡਵਾਈਸ ਵੀ ਲੈ ਸਕਦੇ ਆ। ਠੀਕ ਹੈ। ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਕਿ ਮੈਨੂੰ ਇਹ ਜਿਹੇ ਸਿੰਪਟਮ ਹਨ, ਇਹ ਫਲੂ ਦੇ ਹਨ ਜਾਂ ਕੋਵਿਡ ਦੇ, ਉਹਨੂੰ ਨਹੀਂ ਪਤਾ ਲੱਗਦਾ ਕਿ ਕੀ ਮੈਂ ਖਾਣਾ ਹੈ ਕੀ ਪੀਣਾ, ਕਿਹੋ ਜਿਹੀ ਮੈਡੀਸਨ ਜਾਂ ਕਿਹੋ ਜਿਹਾ ਲਿਕਵਿਡ ਲਿਆ ਜਾਵੇ? ਸੋ ਜਿੱਦਾਂ ਤੁਸੀਂ ਨਾਰਮਲੀ ਫਲੂ ਦੇ ਨਾਲ ਤੁਸੀਂ ਕਰਦੇ ਹੈਗੇ, ਜਿੱਦਾਂ ਲੋਟਸ ਯੂ ਹਾਈਡਰੇਟ ਯੋਰਸੈਲਫ, ਬਹੁਤ ਪਾਣੀ ਪੀਣਾ, ਜਿਹੜਾ ਖਾਣਾ ਤੁਸੀਂ ਈਜ਼ੀਲੀ ਡਾਈਜੈਸਟ ਕਰ ਸਕਦੇ, ਮੋਸਟਲੀ ਸੂਪਸ, ਉਦਾਂ ਹੀ ਚੀਜ਼ਾਂ, ਰਾਈਟ, ਉਹ ਤੁਸੀਂ ਲੈ ਸਕਦੇ ਆ। ਜਿੱਦਾਂ ਨਾਰਮਲੀ ਯੂ ਟ੍ਰੀਟ ਅ ਫਲੂ, ਉਦਾਂ ਤੁਸੀਂ ਕਰੋਗੇ, ਰਾਈਟ। ਤੇ ਅਗੇਨ ਜੇ ਕੋਈ ਕੁਐਸਚਨ ਹੈਗਾ, ਤੁਸੀਂ ਨਰਸ ਦੇ ਨਾਲ ਗੱਲ ਕਰ ਸਕਦੇ, ਡਾਕਟਰ ਨਾਲ ਗੱਲ ਕਰ ਸਕਦੇ। BC ਦੇ ਵਿੱਚ ਦੇ ਆਲਸੋ ਡੂ ਹੋਮ ਮੋਨੀਟਰਿੰਗ, ਰਾਈਟ। ਸੋ ਜੇ ਕਿਸ ਨੂੰ ਪਤਾ ਲੱਗਦਾ ਹੈਗਾ ਕਿ ਜੇ ਕੋਵਿਡ ਹੈਗਾ, ਉਹ ਇਨ ਟੱਚ ਰਹਿੰਦੇ ਆ ਫਿਰ ਤੁਹਾਡੇ ਨਾਲ। ਬ੍ਰਿਗੇਡੀਅਰ ਸਾਹਿਬ ਪਲੀਜ਼ ਤੁਸੀਂ ਵੀ। ਹਾਂਜੀ, ਮੈਂ ਡਾਕਟਰ ਸਾਹਿਬ ਤੋਂ 2 ਸਵਾਲ ਪੁੱਛਣੇ ਸੀ। ਇੱਕ ਤਾਂ ਇਹਨਾਂ ਨੇ ਟੈਸਟ ਬਾਰੇ ਕਿਹਾ ਕਿ ਜਿਵੇਂ ਕਿ ਟੈਸਟ ਦੀ ਕੈਪੈਸਿਟੀ ਕਾਫੀ ਆ, ਆਪਣੀ ਜਿਹੜੀ ਕਮਿਊਨਿਟੀ ਵਾਲੇ ਆ ਥੋੜੇ ਜਿਹੇ ਸ਼ਾਈ ਨੇ ਟੈਸਟ ਕਰਵਾਉਣ ਤੋਂ, ਇਹ ਮੇਰੀ ਵੀ ਆਬਜ਼ਰਵੇਸ਼ਨ ਹੈ, ਤੁਹਾਡੀ ਵੀ ਆਬਜ਼ਰਵੇਸ਼ਨ ਹੈ। ਇੱਕ ਤਾਂ ਇਹਦੇ ਲਈ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਜਦੋਂ ਵੀ ਤੁਹਾਨੂੰ ਕਦੀ ਸ਼ੱਕ ਪੈਂਦੀ ਹੈ, ਕੋਈ ਗੱਲ ਨਹੀਂ, ਟੈਸਟ ਫ੍ਰੀ ਹੈ। ਜਿਵੇਂ ਤੁਸੀਂ ਦੱਸਿਆ ਕਿ ਇਹ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ, ਮੈਂ ਵੀ ਇੱਕ ਵਾਰੀ ਕਰਵਾਇਆ ਸੀ ਜਦੋਂ ਮੈਨੂੰ ਸ਼ੱਕ ਪਈ ਸੀ। ਤੇ ਜਦੋਂ ਵੀ ਥੋੜੀ ਸ਼ੱਕ ਪੈਂਦੀ ਹੈ, ਤੁਸੀਂ ਉਹ ਡਰਾਈਵ ਇਨ ਸੈਂਟਰ ਹੈ ਉਹਨਾਂ ਨੇ ਤੁਸੀਂ ਕਾਰ 'ਚ ਬੈਠੇ ਰਹਿਣਾ, ਕਿਸੇ ਨੇ ਤੁਹਾਨੂੰ ਡਰਾਈਵ ਕਰ ਦੇਣਾ ਔਰ ਤੁਸੀਂ ਆਪਣਾ ਟੈਸਟ ਕਰਵਾ ਕੇ ਮਤਲਬ ਸੁਰਖਰੂ ਹੋ ਸਕਦੇ ਆ ਵੀ ਨਹੀਂ ਮੈਨੂੰ ਹੈ ਜਾਂ ਨਹੀਂ ਹੈ। ਦੂਸਰਾ ਇਹ ਦੱਸੋ ਤੁਸੀਂ ਦੋਨੋਂ ਡਾਕਟਰ ਸਾਹਿਬ ਕਿ ਆਪਣੀ ਕਮਿਊਨਿਟੀ 'ਚ ਇਹ ਬਹੁਤ ਵੱਡਾ ਸਟਿਗਮਾ ਹੈ। ਜਿਵੇਂ ਪਹਿਲਾਂ ਹੁੰਦਾ ਸੀ ਕਿਸੇ ਨੂੰ HIV ਹੋ ਗਿਆ, ਉਹ ਤਾਂ ਲੁਕਾਉਂਦੇ ਹੁੰਦੇ ਸੀਗੇ, ਠੀਕ ਹੈ ਜੀ, ਉਹ ਦੱਸਦੇ ਨਹੀਂ ਸੀਗੇ ਵੀ ਪਤਾ ਨਾ ਲੱਗ ਜਾਏ, ਬੜਾ ਸੁਸਾਇਟੀ 'ਚ ਮੂੰਹ ਲੁਕਾਉਣਾ ਪੈਂਦਾ। ਪਰ ਇਹ ਤਾਂ ਕੋਵਿਡ ਤਾਂ ਬਹੁਤ ਲੋਕਾਂ ਨੂੰ ਹੋ ਗਿਆ, ਲੱਖਾਂ ਕਰੋੜਾਂ ਨੂੰ ਹੋ ਰਿਹਾ, ਇਹ 'ਚ ਕੋਈ ਤੁਹਾਡਾ ਕੋਈ ਵੱਡਾ ਕਸੂਰ ਨਹੀਂ ਆ। ਹਾਂ, ਜ਼ਰੂਰੀ ਹੈ ਕਿ ਬੱਚੇ ਤੁਹਾਨੂੰ ਜ਼ਰੂਰ ਕਹਿਣਗੇ ਕਿ ਤੁਸੀਂ ਪ੍ਰੀਕਾਸ਼ਨ ਨਹੀਂ ਲਏ ਔਰ ਥੋੜਾ ਕਰਨਗੇ, ਪਰ ਲੁਕਾਉਣ ਦੀ ਇਹ ਸਾਡੀ ਕਮਿਊਨਿਟੀ 'ਚ ਉਹਦੇ ਨਾਲ ਕੀ ਨੁਕਸਾਨ ਹੋ ਸਕਦੇ ਔਰ ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਹਾਂ। ਜੇ ਕਿਸੇ ਨੂੰ ਹੋ ਜਾਂਦਾ, ਤੁਸੀਂ ਸਗੋਂ ਆਪਣੇ ਮਹੱਲੇ 'ਚ, ਆਪਣੇ ਦੋਸਤਾਂ ਮਿੱਤਰਾਂ 'ਚ ਜਾਂ ਫੈਮਿਲੀ 'ਚ ਦੱਸ ਦਿਓ ਕਿ ਮੈਨੂੰ ਕੋਵਿਡ ਹੈ, ਤਾਂ ਕਿ ਉਹ ਵੀ ਨਾ ਤੁਹਾਡੇ ਕੋਲ ਆਉਣ ਤਾਂ ਵਿਲੀ ਨਿੱਲੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਔਰ ਇਹਨੂੰ ਲੁਕਾਉਣ ਦੀ ਕੀ ਲੋੜ ਹੈ, ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ। ਜੀ ਜੀ ਡਾਕਟਰ ਸਾਹਿਬ। ਹਾਂਜੀ, ਤੁਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਇਦਾਂ ਦੀ ਬਿਮਾਰੀ ਹੈਗੀ, ਕੋਈ ਬਿਮਾਰੀ ਨੂੰ ਕੋਈ ਲੁਕਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਨਾ ਚਾਹੀਦਾ। ਤੇ ਐਕਚੁਅਲੀ ਜੋ ਤੁਸੀਂ ਕਿਸ ਸਾਰਿਆਂ ਦੇ ਫੈਮਿਲੀ ਦੇ ਨਾਲ ਤੁਸੀਂ ਸ਼ੇਅਰ ਕਰੋਗੇ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋਗੇ ਕਿ ਜੇ ਤੁਹਾਨੂੰ ਹੋਇਆ, ਇੱਕ ਤਾਂ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋਗੇ ਕਿਉਂਕਿ ਉਹ ਥੋੜੀ ਦੇਰ ਆਪਣਾ ਜਿਹੜੇ 2 ਹਫ਼ਤੇ ਜਿਹੜੇ ਜਿੱਦਾਂ ਡਾਕਟਰ ਨੇ ਕਿਹਾ ਹੋਇਆ ਕਿ ਤੁਸੀਂ ਪਰੇ ਰਹੋ, ਰਾਈਟ, ਆਪਣੇ ਘਰਾਂ 'ਚ ਰਹੋ, ਉਹ ਕਰੋਗੇ। ਦੂਸਰੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਰੀਅਲ ਬਿਮਾਰੀ ਰੀਅਲ ਹੈਗੀ ਹੈ, ਕਿ ਅਸੀਂ ਕਿਸ ਨੂੰ ਹੁਣ ਜਾਣਦੇ ਹੈਗੇ ਕਿ ਇਹ ਹੁੰਦੀ ਹੈ, ਰਾਈਟ। ਤੇ ਉਹ ਵੀ ਉਹਨਾਂ ਨੂੰ ਥੋੜਾ ਹੋਰ ਮੋਟੀਵੇਟ ਹੋ ਜਾਊਗਾ ਕਿ ਅਸੀਂ ਵੀ ਆਪਣਾ ਦੇਖ ਲਈਏ। ਜਿੱਦਾਂ ਅਸੀਂ ਬਾਹਰ ਜਾਂਦੇ ਹਾਂ, ਜਿੱਦਾਂ ਭੈਣ ਜੀ ਨੇ ਦੱਸਿਆ ਹੈਗਾ ਕਿ ਬਾਹਰ ਜਾਣਾ ਤੁਸੀਂ ਆਪਣਾ ਮਾਸਕ ਪਾਉਣਾ, ਰਾਈਟ, ਹੱਥ ਧੋਣੇ ਹੈਗੇ ਆ, ਸਾਰੀਆਂ ਹਦਾਇਤਾਂ ਉਹਨਾਂ ਨੇ ਸਾਨੂੰ ਦਿੱਤੀਆਂ ਹੋਈਆਂ। ਉਹ ਲੋਕਾਂ ਨੂੰ ਮੋਟੀਵੇਟ ਹੋਇਆ ਕਿ ਹਾਂਜੀ ਇਹ ਰੀਅਲ ਹੈਗੀ ਆ, ਅਸੀਂ ਜਾਣਦੇ ਹੈਗੇ ਆ ਤੇ ਇਹ ਚੀਜ਼ ਠੀਕ ਹੈ। ਤੇ ਨਾਲੇ ਤੀਸਰੀ ਗੱਲ ਹੈਗੀ, ਜੇ ਤੁਸੀਂ ਕਿਸੇ ਨੂੰ ਦੱਸੋਗੇ, ਉਹ ਵੀ ਉਹ ਵੀ ਤੁਹਾਡੀ ਸਪੋਰਟ ਵੀ ਕਰ ਸਕਦੇ ਆ, ਮੋਰਲ ਸਪੋਰਟ ਵੀ ਮਿਲ ਜਾਂਦੀ ਹੈ, ਰਾਈਟ। ਇਸ ਜਿਹੜੇ ਟਾਈਮ ਵਿੱਚ ਹੈਗਾ ਅਸੀਂ ਹੁਣ ਸੋਸ਼ਲ ਆਈਸੋਲੇਸ਼ਨ ਕਰਦੇ ਪਏ ਆ, ਦਿਸ ਇਜ਼ ਵੈਰੀ ਮਚ ਨੀਡਡ। ਪਰ ਕਈ ਬੰਦੇ ਉਹਨਾਂ ਨੂੰ ਡਰ ਹੈਗਾ ਕਿ ਜੇ ਅਸੀਂ ਦੱਸੀਏ ਕਿਸ ਨੂੰ, ਫਿਰ ਉਹ ਉਦਾਂ ਵੀ ਆਈਸੋਲੇਟ ਹੋ ਜਾਏਗਾ, ਕੋਈ ਗੱਲਬਾਤ ਨਹੀਂ ਹੋਏਗੀ, ਰਾਈਟ। ਤੇ ਜਿਹੜੀ ਸੋਸ਼ਲ ਆਈਸੋਲੇਸ਼ਨ ਉਹ ਇੱਕ ਚੀਜ਼ ਹੈਗੀ, ਜਿਹੜੀ ਮੈਂਟਲ ਇਮੋਸ਼ਨਲ ਆਈਸੋਲੇਸ਼ਨ ਹੈਗੀ ਹੈ, ਉਹ ਸਾਨੂੰ ਕੋਈ ਲੋੜ ਨਹੀਂ ਹੈਗੀ। ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ, ਇੱਕ ਦੂਜੇ ਨਾਲ ਦੀ ਸਪੋਰਟ ਕਰ ਸਕਦੇ ਹਾਂ, ਰਾਈਟ। ਤੇ ਮੈਂ ਜਸ ਇੱਕ ਚੀਜ਼ ਐਡ ਕਰਨਾ ਚਾਹੁੰਦੀ ਹਾਂ that ਆਪਣੀ ਕਮਿਊਨਿਟੀ ਵਿੱਚ ਆਪਾਂ ਆਲਵੇਜ਼ ਲੋਕੀ ਕਹਿੰਦੇ
ਉਹ ਕੀ ਸਮਝ ਗਏ, ਉਹ ਲੋਕੀ ਕੀ ਕਹੋਗੇ। ਓਕੇ, ਜੇ ਆਪਾਂ ਇਹ ਮਨ ਦੇ ਵਿੱਚ ਰੱਖੋ, ਬਟ ਦੇਖੋ ਕਿ ਲੋਕੀ ਹੁਣ ਕਹਿੰਦੇ, ਸਾਰੇ ਲੋਕੀ ਜਿਹੜੇ ਨਹੀਂ ਸਾਊਥ ਏਸ਼ੀਅਨ, ਉਹ ਲੋਕੀ ਕਹਿੰਦੇ ਸਾਊਥ ਏਸ਼ੀਅਨ ਤੋਂ ਇਹ ਫੈਲਦੇ ਪਏ ਆ ਜਿਹੜੀ ਬਿਮਾਰੀ ਆ, ਰਾਈਟ। ਸੋ ਆਲਰੇਡੀ ਆਪਾਂ ਲੋਕੀ ਕਹਿੰਦੇ ਪਏ ਆ ਆਪਣੇ ਬਾਰੇ, ਰਾਈਟ। ਸੋ ਇਸ ਕਰਕੇ ਆਪਾਂ ਸਾਰੇ ਟੁਗੇਦਰ ਆਪਾਂ ਇਹ ਬਿਮਾਰੀ ਨੂੰ ਫਾਈਟ ਕਰ ਸਕਦੇ ਆ ਜੇ ਆਪਾਂ ਰੂਲਸ ਫਾਲੋ ਕਰਦੇ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਆ, ਦੂਸਰੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਆ। ਬਾਹਰ ਜਾਓ, ਟੈਸਟ ਕਰਾਓ, ਘਰ ਰਹੋ, only go out of your house ਜੇ ਤੁਸੀਂ ਡਾਕਟਰ ਤੇ ਜਾਣਾ, ਸਕੂਲ ਤੇ ਜਾਣਾ, ਕੰਮ ਤੇ ਜਾਣਾ, just go, ਘਰ ਰਹੋ ਤੇ ਟੈਸਟ ਕਰਾਓ। ਡਾਕਟਰ ਸਿੰਪਲ ਜੀ, ਮੈਂ ਥੋੜਾ ਜਿਹਾ ਤੁਹਾਡੇ ਨਾਲ ਡਿਸਐਗਰੀ ਹਾਂ ਕਿ ਇਹ ਆਪਣੀ ਕਮਿਊਨਿਟੀ ਤੇ ਜ਼ਰੂਰ ਇੱਕ ਤਰ੍ਹਾਂ ਦਾ ਇਹ ਧੱਬਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜ਼ਿਆਦਾ ਹੈ, ਲੇਕਿਨ ਇੱਕ ਸਾਈਡ ਨੂੰ ਇਗਨੋਰ ਵੀ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਜੋ ਪਹਿਲੋਂ ਮੈਂ ਦੱਸ ਚੁੱਕਾ ਹਾਂ ਕਿ ਫਰੰਟ ਲਾਈਨ ਵਰਕਰ ਹਨ। ਇਸ ਕਰਕੇ ਸਾਨੂੰ ਬਿਮਾਰੀ ਪਹਿਲੋਂ ਲੱਗੇਗੀ। ਜੇਕਰ ਸਿਪਾਹੀ ਹੈ, ਜੇਕਰ ਉਹ ਬਾਹਰ ਰਹੇਗਾ ਤੇ ਉਹਨੂੰ ਚਾਂਸਸ ਗੋਲੀ ਲੱਗਣ ਦੇ ਜ਼ਿਆਦਾ ਹੁੰਦੇ ਹਨ। ਜੇਕਰ ਫੌਜ ਦੇ ਵਿੱਚ ਕੋਈ ਯੁੱਧ ਹੋ ਰਿਹਾ ਤੇ ਉੱਥੇ ਫੌਜੀਆਂ ਨੂੰ ਮਰਨ ਦੇ ਜ਼ਿਆਦਾ ਚਾਂਸਸ ਹੁੰਦੇ। ਇਸੇ ਤਰੀਕੇ ਨਾਲ ਜਦੋਂ ਸਾਡੀ ਕਮਿਊਨਿਟੀ ਦੇ ਟਰੱਕ ਡਰਾਈਵਰ ਹਨ, ਬਹੁਤ ਵੱਡੀ ਜਿਹੜੀ ਆ ਆਲਮੋਸਟ ਇਸ ਇੰਡਸਟਰੀ ਦੇ ਵਿੱਚ ਸਾਡਾ ਯੋਗਦਾਨ ਹੈ, ਸਾਡੀ ਗਿਣਤੀ ਹੈ। ਸੋ ਨੈਚੁਰਲੀ ਜੇਕਰ ਉਹ ਬਾਹਰ ਜਾਣਗੇ ਤੇ ਉਹਨਾਂ ਨੂੰ ਇਹ ਹੋਣ ਦਾ ਜ਼ਿਆਦਾ ਚਾਂਸਸ ਹੋਵੇਗਾ। ਸੋ ਇਹ ਇੱਕ ਬਲੇਮ ਲਾ ਦੇਣਾ, ਇੱਕ ਕਹਿ ਦੇਣਾ ਕਿ ਇਹ ਕਮਿਊਨਿਟੀ ਨੂੰ ਜ਼ਿਆਦਾ, ਮੈਂ ਥੋੜਾ ਜਿਹਾ ਇਸ ਪ੍ਰਤੀ ਜ਼ਰੂਰ ਆਪਣੇ ਆਪ 'ਚ ਡਿਸਟਰਬ ਵੀ ਹਾਂ ਕਿ ਸਾਡੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ, ਜਦੋਂ ਸਾਡੀ ਕਮਿਊਨਿਟੀ ਅਪ ਫਰੰਟ ਲਾਈਨ ਤੇ ਹੈ ਤੇ ਇਹਨਾਂ ਨੂੰ ਤੇ ਹੋਣਾ। ਲੇਕਿਨ ਜੇਕਰ ਐਵਰੇਜ ਦੇਖੀ ਜਾਵੇ ਤੇ ਮੈਨੂੰ ਜਾਪਦਾ ਜਦੋਂ ਅਸੀਂ ਐਵਰੇਜ ਕੱਢਾਂਗੇ ਤੇ ਇੰਨੀ ਜ਼ਿਆਦਾ ਨਹੀਂ ਹੋਵੇਗੀ ਸਾਊਥ ਏਸ਼ੀਅਨ ਕਮਿਊਨਿਟੀ ਦੀ। ਲੇਕਿਨ ਸਾਨੂੰ ਵੀ ਜਦੋਂ ਕੋਈ ਕਹਿੰਦਾ ਹੈ, ਸਾਨੂੰ ਦੱਸਣ ਦੀ ਉਹਨਾਂ ਨੂੰ ਜ਼ਰੂਰਤ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਿਉਂ ਜ਼ਿਆਦਾ ਹੈ, ਦੂਜੇ ਜਿਹੜੇ ਆ ਕਮਿਊਨਿਟੀਆਂ ਦੇ ਵਿੱਚ ਕਿਉਂ ਨਹੀਂ ਜ਼ਿਆਦਾ। ਬ੍ਰਿਗੇਡੀਅਰ ਸਾਹਿਬ, ਤੁਹਾਡਾ ਕੀ ਮੰਨਣਾ ਜੀ? ਕਿ ਜਿਵੇਂ ਅਸੀਂ ਐਨਾਲਾਈਜ਼ ਤਾਂ ਕੀਤਾ ਕੀ ਕਾਰਨ ਨੇ, ਇੱਕ ਤਾਂ ਕਾਰਨ ਦੇਖਿਆ ਫਰੰਟ ਲਾਈਨ ਵਰਕਰਸ ਬਹੁਤ ਨੇ ਸਾਡੀ ਕਮਿਊਨਿਟੀ ਚੋਂ, ਪਰ ਜੇ ਅਸੀਂ ਪੂਰਾ ਐਨਾਲਾਈਜ਼ ਕਰੀਏ ਸਾਊਥ ਹਾਲ ਤੋਂ ਸ਼ੁਰੂ ਹੋ ਕੇ ਸਰੀ ਤੋਂ ਇੱਥੇ ਬਰੈਂਪਟਨ ਆ ਗਈਏ, ਸਾਡੀ ਕਮਿਊਨਿਟੀ ਦੇ 20% ਜ਼ਿਆਦਾ ਕੇਸ ਨੇ। ਚਲੋ ਮੰਨ ਲਿਆ ਕਿ 10 ਤੋਂ 15% ਬਿਕੋਜ਼ ਆਫ ਫਰੰਟ ਲਾਈਨ ਵਰਕਰਸ ਨੇ, ਪਰ ਜਿਹੜਾ 5 ਤੋਂ 7% ਜਿਹੜੀਆਂ ਬਾਕੀਆਂ ਕੁਤਾਈਆਂ ਹੋ ਰਹੀਆਂ, ਜਿਹੜੀਆਂ ਆਈਸੋਲੇਸ਼ਨ ਠੀਕ ਨਹੀਂ ਹੋ ਰਹੀ, ਗੁਰਦੁਆਰਾ 'ਚ ਭੀੜ ਜਾ ਰਹੀ ਆ, ਉੱਥੇ ਪ੍ਰੀਕਾਸ਼ਨ ਨਹੀਂ ਲਏ ਜਾ ਰਹੇ, ਸ਼ਾਦੀਆਂ 'ਚ ਪ੍ਰੀਕਾਸ਼ਨ ਨਹੀਂ ਲਾ ਜਾਏ, ਉਹ ਵੀ ਸਾਨੂੰ ਹੁਣ ਇਸ ਤਰ੍ਹਾਂ ਹੈ ਕਿ ਮੀਡੀਆ ਜਿਹੜਾ ਹੈਗਾ, ਮੇਨ ਸਟ੍ਰੀਮ ਮੀਡੀਆ ਜਾਂ ਕਿ ਪੋਲੀਟੀਕਲ ਪਾਰਟੀਜ਼, ਉਹਨਾਂ ਨੂੰ ਜਦੋਂ ਮੌਕਾ ਮਿਲਦਾ ਸਾਡੀ ਕਮਿਊਨਿਟੀ ਦਾ ਕੋਈ ਵੀਕਰ ਪੁਆਇੰਟ, ਉਹਨਾਂ ਨੇ ਵੀਕਰ ਪੁਆਇੰਟ ਉਹ ਦੇਖਣਾ ਜਿਹੜਾ ਕਿ ਸਾਨੂੰ ਨੈਗੇਟਿਵਿਟੀ 'ਚ ਦਿਖਾਉਂਦਾ, ਨਾ ਕਿ ਉਹ ਨਹੀਂ ਉਹਨਾਂ ਨੇ ਹਾਈਲਾਈਟ ਕਰਨਾ ਕਿ ਇਹਨਾਂ ਦੇ ਫਰੰਟ ਲਾਈਨ ਵਰਕਰਸ ਬਹੁਤ ਹੈ। ਉਹ ਤਾਂ ਸਾਨੂੰ ਹੁਣ ਮਤਲਬ ਉਹਨੂੰ ਅੱਗੇ ਲਿਆਉਣਾ ਪੈਣਾ, ਪਰ ਉਹਦੇ ਨਾਲ ਨਾਲ ਕਿਉਂਕਿ ਅਸੀਂ ਜ਼ਿਆਦਾ ਬਦਨਾਮ ਨਾ ਹੋਏ, ਇਸ ਵੇਲੇ ਕਾਫੀ ਅਸੀਂ ਕੈਨੇਡਾ ਦੇ ਵਿੱਚ ਬਦਨਾਮੀ ਹੋ ਗਈ ਹੈ, ਪਰ ਜਿੱਥੇ ਅਸੀਂ ਪਲੱਗ ਕਰ ਸਕਦੇ ਹਾਂ ਫਰੰਟ ਲਾਈਨ ਵਰਕਰ ਨੂੰ ਤਾਂ ਨਹੀਂ ਕਹਿ ਸਕਦੇ ਤੁਸੀਂ ਕੱਲ ਤੋਂ ਡਾਕਟਰ ਸਾਹਿਬ ਨੂੰ ਕਹੀਏ ਕਿ ਤੁਸੀਂ ਕੰਮ ਤੇ ਜਾਣਾ ਛੱਡ ਦਿਓ, ਘਰ ਬੈਠ ਜਾਓ, ਇਹ ਤਾਂ ਜਾਣਗੇ ਵਿਚਾਰੇ। ਪਰ ਜਿਹੜੇ ਬਾਕੀ ਅਸੀਂ ਸਪੋਰਟ ਕਰ ਸਕਦੇ ਹਾਂ ਕਿ ਉਹ ਜਿਹੜਾ 20% ਜ਼ਿਆਦਾ ਆ ਸਾਡੇ ਕੇਸਿਸ, ਉਹ 10 ਤੇ ਆ ਜਾਣ ਤਾਂ ਕਿ ਸਾਡੀ ਕਮਿਊਨਿਟੀ ਖਾਸ ਕਰ ਇੱਥੇ ਬਰੈਂਪਟਨ ਦੀ ਉਹ ਬਦਨਾਮੀ ਨਾ ਹੋਵੇ, ਜਿਹੜੀ ਕਿ ਇਸ ਵੇਲੇ ਕਈ ਕਾਰਨਾਂ ਕਰਕੇ ਹੋ ਰਹੀ ਹੈ। ਵਿਜ਼ੀਬਲ ਕਮਿਊਨਿਟੀ ਹੈ, ਉਹਦੇ ਨਾਲ ਕੀ ਹੈ ਕਿ ਇੱਕ ਵਾਰੀ ਧੱਬਾ ਲੱਗ ਜਾਏ ਕਿ ਤੁਹਾਨੂੰ ਫਿਰ ਉਹ ਨੈਗੇਟਿਵ ਵੱਲ ਕੁਛ, ਕਿਉਂਕਿ ਸਾਡੀ ਕਮਿਊਨਿਟੀ ਨੇ ਪੋਲਿਟਿਕਸ 'ਚ ਕਾਫੀ ਅੱਗੇ ਵਧੇ ਆ, ਕਈ ਵਾਰੀ ਪੋਲੀਟੀਕਲ ਐਂਗਲ ਵੀ ਹੋ ਜਾਂਦੇ ਆ ਸਾਨੂੰ ਪਿੱਛੇ ਖਿੱਚਣ ਦੇ। ਬਿਲਕੁਲ ਐਗਰੀ ਜੀ। ਪੋਲੀਟੀਕਲੀ ਵੀ ਇਸ ਨੂੰ ਜਿਹੜਾ ਵਾ ਕਮਿਊਨਿਟੀਆਂ ਜਿਹੜੀਆਂ ਲੈ ਲੈਂਦੀਆਂ ਵੀ ਜੇਕਰ ਇਹ ਕਮਿਊਨਿਟੀ ਇਸ ਕੰਮ ਦੇ ਵਿੱਚ ਅੱਗੇ ਆ, ਇਸ ਨੂੰ ਕਿਸ ਤਰ੍ਹਾਂ ਥਾਂ ਲੈ ਕੇ ਆਉਣਾ। ਡਾਕਟਰ ਸਾਹਿਬਾਂ ਜੀ, ਮੈਨੂੰ ਇਹ ਦੱਸੋ ਕਿ ਜਦੋਂ ਖਾਸ ਕਰਕੇ ਕੋਵਿਡ-19 ਦਾ ਖਤਰਾ ਹੁੰਦਾ ਹੈ ਜਾਂ ਹੋ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਕਾੜਾ ਪੀਣਾ ਚਾਹੀਦਾ ਹੈ, ਲਿਕੁਇਡ ਵੱਧ ਤੋਂ ਵੱਧ, ਤੁਸੀਂ ਪਹਿਲੋਂ ਕਿਹਾ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਵਿੱਚ ਕਿਹੋ ਜਿਹਾ ਸਾਨੂੰ ਜਿਹੜਾ ਵਾ ਪਦਾਰਥ ਪਾ ਲੈਣੇ ਚਾਹੀਦੇ, ਕਹਿਣ ਦਾ ਭਾਵ ਕਿ ਸੌਂਫ ਪਾ ਲਈ ਜਾਵੇ, ਗ੍ਰੀਨ ਟੀ ਪਾ ਲਈ ਜਾਵੇ, ਇਹੋ ਜਿਹੀਆਂ ਚੀਜ਼ਾਂ ਕੋਈ ਨਾ ਕੋਈ ਜਿਸ ਨੂੰ ਕਾੜਾ ਕਹਿ ਦਿੰਦੇ ਹਾਂ, ਕੀ ਉਹ ਫੈਕਟ ਕਰਦਾ ਹੈ ਬਾਡੀ ਤੇ ਜੀ? ਸੋ ਜਦੋਂ ਅਸੀਂ ਕਹਿੰਦੇ ਨਾ ਜਿੱਦਾਂ ਫਲੂ ਹੁੰਦਾ, ਸਿਮਿਲਰ ਜਿੱਦਾਂ ਆਪਾਂ ਟ੍ਰੀਟ ਕਰਨਾ ਘਰ ਨਾ, ਸੋ ਸਿੰਪਟਮ ਕੰਟਰੋਲ ਕਰਦੇ ਆ। ਇਸ ਕਰਕੇ ਜਦੋਂ ਬੰਦਾ ਬਿਮਾਰ ਹੁੰਦਾ ਉਹ ਘੱਟ ਖਾਂਦੇ ਪੀਂਦੇ ਆ। ਸੋ ਇਸ ਕਰਕੇ ਅਸੀਂ ਕਹਿੰਦੇ ਤੁਸੀਂ ਹਾਈਡਰੇਟ ਰਹੋ,
ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਸੌਂਫ ਦਾ ਪਾਣੀ ਜੇ ਹੈਗਾ, ਜੇ ਪਾਣੀ ਦੇ ਵਿੱਚ ਅੱਧਾ ਗੇਟੋਰੇਡ ਵਗੈਰਾ ਮਿਕਸ ਕਰਕੇ ਤੁਹਾਨੂੰ ਫਿਰ ਇਲੈਕਟ੍ਰੋਲਾਈਟਸ ਵਗੈਰਾ ਹੋ ਗਿਆ। ਜੇ ਤੁਹਾਡੇ ਹੱਡ ਪੈਰ ਟੁੱਟਦੇ ਆ, ਤੁਹਾਡੇ ਕੋਲ ਜਿੱਦਾਂ ਬੁਖਾਰ ਵਗੈਰਾ ਹੈਗਾ, ਅਸੀਂ ਕਹਿੰਦੇ ਟਾਇਲੈਨੋਲ ਔਰ ਐਡਵਿਲ ਲਓ ਜੇ ਤੁਹਾਡੇ ਕੋਈ ਐਲਰਜੀ ਔਰ ਅਦਰ ਕੰਟਰਡਿਕਸ਼ਨ ਹੈ ਨਹੀਂ। ਸੋ ਇਹ ਜਿਹੜੀ ਪਹਿਲਾਂ ਜਿਹੜੀ ਗੱਲ ਹੈਗੀ ਆ ਜਦੋਂ ਟ੍ਰੀਟ ਕਰਨਾ, ਇਹ ਸਿੰਪਟੋਮੈਟਿਕ ਰਿਲੀਫ ਹੈਗੀ ਆ। ਇਸ ਦੇ ਨਾਲ ਜਿਹੜੀ ਇਹ ਵਾਇਰਸ ਹੈਗੀ ਹੈ ਨਾ, ਇਸ ਦੇ ਨਾਲ ਐਂਟੀਬਾਇਓਟਿਕਸ ਨਹੀਂ ਚਾਹੀਦੀਆਂ, ਬਿਕਾਜ਼ ਐਂਟੀਬਾਇਓਟਿਕਸ ਜਿਹੜੀ ਹੈਗੀਆਂ ਉਹ ਬੈਕਟੀਰੀਆ ਨੂੰ ਇਨਫੈਕਟ ਕਰਦੀ ਆ। ਸੋ ਜੇ ਤੁਹਾਡੇ ਕੋਲ ਬੈਕਟੀਰੀਅਲ ਇਨਫੈਕਸ਼ਨ, ਦੈਟਸ ਅ ਡਿਫਰੈਂਟ ਸਟੋਰੀ, ਦੈਨ ਤੁਹਾਨੂੰ ਐਂਟੀਬਾਇਓਟਿਕ ਦੇ ਉੱਤੇ ਪਾਓਗੇ। ਪਰ ਜਿਹੜਾ ਵਾਇਰਲ ਜਦੋਂ ਇਨਫੈਕਸ਼ਨ ਹੁੰਦਾ, ਇਹ ਹੈਗੀ ਸਿੰਪਟਮ ਰਿਲੀਫ। ਸੋ ਫਲੂਇਡਸ, fever control karo so tusi zyada comfortable ho te isolate yourself so that ਹੋਰ ਲੋਕੀ ਬਿਮਾਰ ਨਾ ਹੋਣ। ਜੀ ਜੀ ਡਾਕਟਰ ਸਾਹਿਬ ਜਸਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ, ਕਿਉਂਕਿ ਤੁਸੀਂ ਇੰਟਰਨਲ ਮੈਡੀਸਨ ਫਿਜ਼ੀਸ਼ੀਅਨ ਹੋ, ਸੋ ਤੁਸੀਂ ਵੀ ਕੋਈ ਨਾ ਕੁਝ ਆਪਣੀ ਜਾਣਕਾਰੀ ਦਿਓ। ਨਹੀਂ, ਬੇਸਿਕਲੀ ਸੇਮ ਥਿੰਗ ਜਿੱਦਾਂ ਭੈਣ ਜੀ ਕਹਿੰਦੇ ਪਿਆ, ਜਿਹੜੀਆਂ ਹਦਾਇਤਾਂ ਹੈਗੀਆਂ ਉਹ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ। ਨਾਲ ਦੇ ਨਾਲ ਸਾਡੇ ਕਮਿਊਨਿਟੀ ਦੇ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਓਬੇਸਿਟੀ ਹੈਗੀਆਂ, ਉਹ ਚੀਜ਼ਾਂ ਅਸੀਂ ਆਫਿਸ ਵਿੱਚ ਦੇਖਦੇ ਹਾਂ। ਤੇ ਉਹ ਟਾਈਮ ਵੀ ਹੈਗਾ ਜਿਹੜਾ ਤੁਸੀਂ ਜਿੱਦਾਂ ਤੁਸੀਂ ਕਿਹਾ ਸੀ, ਸਾਨੂੰ ਇੱਕ ਮੌਕਾ ਮਿਲਿਆ ਹੋਇਆ ਫੈਮਿਲੀ ਦੇ ਨਾਲ ਜਿਹੜੇ ਆਪਣੇ ਘਰ ਵਿੱਚ ਬੈਠੋ, ਰਾਈਟ। ਇਹ ਵੀ ਮੌਕਾ ਮਿਲਿਆ ਹੋਇਆ ਕਿ ਤੁਸੀਂ ਆਪਣੇ ਘਰ ਵਿੱਚ ਬੈਠੋ, ਜੇ ਕੀ ਤੁਸੀਂ ਲਾਈਫ ਸਟਾਈਲ ਚੇਂਜਸ ਕਰ ਸਕਦੇ ਆ, ਖਾਣਾ ਪੀਣਾ ਠੀਕ, ਆਲ ਆਫ ਦੈਟ। ਤੇ ਜੇ ਬਲੱਡ ਪ੍ਰੈਸ਼ਰ ਨੂੰ ਲੋ ਕਰ ਸਕਦੇ ਆ, ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ, ਉਹ ਵੀ ਤੁਹਾਡੇ ਲਈ ਠੀਕ ਰਹੇਗਾ। ਕਿਉਂਕਿ ਜੇ ਕਿਸ ਨੂੰ ਕੋਵਿਡ ਹੋ ਜਾਊਗਾ, ਉਹਨਾਂ ਨੂੰ ਹਾਈ ਰਿਸਕ ਹੈਗਾ, ਜਿਹੜੇ ਬੰਦਿਆਂ ਨੂੰ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਓਬੇਸਿਟੀ ਜਿੱਦਾਂ ਭਾਰ ਵਧਾਇਆ ਹੁੰਦਾ, ਉਹਨਾਂ ਨੂੰ ਇਨਕਰੀਸਡ ਰਿਸਕ ਹੁੰਦੀ ਹੈ। ਤੇ ਐਕਸਰਸਾਈਜ਼ ਬਾਰੇ ਦੱਸੋ ਕਿ ਐਕਸਰਸਾਈਜ਼ ਜਦੋਂ ਅਜਿਹੇ ਬਿਮਾਰੀਆਂ ਹੁੰਦੀਆਂ ਹਨ, ਕਿੰਨੇ ਕੁ ਐਕਟਿਵ ਹੋਣਾ ਚਾਹੀਦਾ ਐਕਸਰਸਾਈਜ਼ ਦੇ ਵਿੱਚ? ਸੋ ਯੂਜੂਅਲੀ ਜੇ ਤੁਹਾਨੂੰ ਬਿਮਾਰੀ ਹੈਗੀ ਆ, ਉਹ ਬੰਦਿਆਂ ਨੂੰ ਰੈਸਟ ਕਰਨ ਦੀ ਲੋੜ ਹੈਗੀ ਹੈ, ਰਾਈਟ। ਉਹ ਨਹੀਂ ਹੈਗਾ ਜਦੋਂ ਬਿਮਾਰੀ ਹੋਈ ਹੈ ਉਦੋਂ ਨਹੀਂ ਤੁਸੀਂ ਐਕਸਰਸਾਈਜ਼ ਕਰਨੀ, ਪਰ ਜੇ ਨਹੀਂ ਬਿਮਾਰੀ ਹੈਗੀ, ਜੇ ਘਰ ਹੈਗੇ ਆ ਕਿ ਬਹੁਤ ਬੰਦੇ ਹੋਣ, ਘਰੋਂ ਵੀ ਕੰਮ ਕਰਦੇ ਪਏ ਆ, ਰਾਈਟ, ਤੁਸੀਂ ਆਪਣਾ ਮੇਕਿੰਗ ਸ਼ੋਰ ਦੈਟ ਯੂ ਆਰ ਗੈਟਿੰਗ ਅਪ, ਗੋਇੰਗ ਫॉर ਅ ਵਾਕ, ਰਾਈਟ। ਕਈ ਬੰਦੇ ਜਿਹੜੇ ਕੰਮ ਕਰਦੇ ਆ ਘਰੋਂ, ਉਹਨਾਂ ਨੇ ਟ੍ਰਿਕ ਯੂਜ਼ ਕੀਤਾ ਹੋਇਆ, ਜੇ ਆਪਣੇ ਡੈਸਕ ਤੇ ਬੈਠਣ ਤੋਂ ਪਹਿਲਾਂ ਤੇ ਐਕਚੁਅਲੀ ਉਹ ਆਪਣੇ ਪੂਰੇ ਬਲਾਕ ਦਾ ਵਾਕ ਕਰੋਗੇ, ਦੋ ਤਿੰਨ ਵਾਰੀ, ਜਿੱਦਾਂ ਆਲਮੋਸਟ ਲਾਈਕ ਦੇ ਆਰ ਗੋਇੰਗ ਟੂ ਵਰਕ, ਰਾਈਟ। ਉਹਨਾਂ ਤੁਸੀਂ ਬੰਦਾ ਥੋੜਾ ਐਕਟਿਵ ਰਹਿੰਦਾ ਹੈ। Exercise is always good for you. It helps boost your immune system, right? Keeping well hydrated boosts your immune system. ਜਿਹੜੀ ਤੁਹਾਡੀ ਨੀਂਦ ਪੂਰੀ ਕਰਨ ਦਾ, ਉਹ ਵੀ ਬੰਦੇ ਲਈ ਠੀਕ ਰਹਿੰਦੀ ਹੈ, ਰਾਈਟ। ਪਰ ਜਦੋਂ ਐਕਚੁਅਲੀ ਬੰਦੇ ਨੂੰ ਬਿਮਾਰੀ ਹੁੰਦੀ ਹੈ, ਉਹ ਹੈਗਾ ਟਾਈਮ ਰੈਸਟ ਕਰਨ ਦਾ। ਅੱਛਾ ਡਾਕਟਰ ਸਾਹਿਬ, ਜਦੋਂ ਘਰ ਬੰਦਾ ਹੁੰਦਾ ਹੈ ਤੇ ਉੱਠਿਆ, ਫ੍ਰਿਜ ਚਲੇ ਗਿਆ, ਕਿਚਨ ਨੂੰ ਚਲੇ ਗਿਆ, ਤੇ ਉਹ ਜ਼ਿਆਦਾ ਖਾਣ ਲੱਗ ਪੈਂਦਾ ਹੈ, ਉਸ ਤੇ ਕਿੱਦਾਂ ਕਾਬੂ ਪਾਇਆ ਜਾਵੇ? ਜੇ ਉਸ ਤੋਂ ਏਦਾਂ ਕਾਬੂ ਹੋ ਸਕਦਾ ਕਿ ਜਿਹੜੀਆਂ ਚੀਜ਼ਾਂ ਉਹ ਫ੍ਰਿਜ 'ਚ ਹੋਣੀਆਂ ਚਾਹੀਦੀਆਂ ਉਹ ਰੱਖੋ, ਜਿਹੜੀਆਂ ਚੀਜ਼ਾਂ ਫ੍ਰਿਜ 'ਚ ਨਹੀਂ ਹੋਣੀਆਂ ਚਾਹੀਦੀਆਂ ਉਹ ਲੈ ਕੇ ਨਾ ਜਾਓ। ਸੋ ਜਦੋਂ ਗਰੋਸਰੀ ਕਰਨ ਵਾਲੇ ਹਨ, ਉਹ ਤੇ ਅੱਜ ਕੱਲ ਧੜਾ ਧੜ ਬਹੁਤ ਜ਼ਿਆਦਾ ਗਰੋਸਰੀ ਕਰ ਰਹੇ ਹਨ, ਉਹਨਾਂ ਨੂੰ ਫਿਕਰ ਹੈ ਕਿ ਕਿਤੇ ਮੁੱਕ ਨਾ ਜਾਵੇ। ਸੋ ਇਹਦਾ ਭਾਵ ਆ ਕਿ ਗਰੋਸਰੀ ਘੱਟ ਲਿਆਉਣੀ ਚਾਹੀਦੀ ਹੈ, ਤੁਹਾਡੇ ਕਹਿਣ ਦਾ ਭਾਵ ਇਹ ਹੈ? ਨਹੀਂ, ਮੈਂ ਇਹ ਨਹੀਂ ਕਹਿੰਦਾ ਗਰੋਸਰੀ ਘੱਟ ਲਿਓ, ਮੈਂ ਕਿਹਾ ਜਿਹੜੀ ਚੰਗੀਆਂ ਚੀਜ਼ਾਂ ਹੈਗੀਆਂ ਖਾਣ ਨੂੰ ਉਹ ਲਿਮਿਟਡ ਲੈ ਕੇ ਆਓ, ਮਤਲਬ ਕਿ ਹਾਂਜੀ। ਤੇ ਕੁਝ ਮੁੱਕ ਨਹੀਂ ਜਾਣਾ। ਜਿਹੜੇ ਸਪਲਾਈ ਚੇਨ ਹੈਗੇ ਆ ਸਾਰੇ, ਜਿਹੜੀਆਂ ਸਾਡੇ ਵੱਡੀਆਂ ਸਟੋਰਸ ਹੈਗੇ ਆ, ਉਹਨਾਂ ਨੇ ਸਾਰੇ ਆਪਣਾ ਪ੍ਰੀ ਪਲਾਨਿੰਗ ਕੀਤੀ ਹੋਈ ਹੈ, ਤੇ ਸੋ ਕਿਸ ਨੂੰ ਵਰੀ ਕਰਨ ਦੀ ਇੱਥੇ ਲੋੜ ਨਹੀਂ ਹੈਗੀ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਸੀਂ ਤੇ ਇਹੋ ਫਿਰ ਅੰਤ ਕਹਿਣਾ ਚਾਹੁੰਦੇ ਆ ਤੁਹਾਡੇ ਰਾਹੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਕਿ ਇਸ ਵੇਲੇ ਬਹੁਤ ਨਾਜ਼ੁਕ ਸਮਾਂ ਹੈ, ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈ। ਹਦਾਇਤਾਂ ਜਦੋਂ ਡਾਕਟਰ ਦੱਸਦੇ ਹਨ ਤੇ ਲੋਕੀ ਜ਼ਿਆਦਾ ਧਿਆਨ ਦਿੰਦੇ ਹਨ, ਅਸੀਂ ਤੇ ਬਾਰ-ਬਾਰ ਕਹਿੰਦੇ ਰਹਿੰਦੇ ਹਾਂ, ਪਰ ਇੰਨੀ ਨਹੀਂ ਗੱਲ ਸੁਣੀ ਜਾਂਦੀ। ਲੇਕਿਨ ਜਦੋਂ ਤੁਸੀਂ ਕਹਿੰਦੇ ਹੋ ਉਹ ਜ਼ਿਆਦਾ ਇਫੈਕਟਿਵ ਹੁੰਦੀ ਹੈ। ਸੋ ਫਿਰ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਕਮਿਊਨਿਟੀ ਦੀ ਚਿੰਤਾ ਹੈ, ਆਪਣੇ ਸਮਾਜ ਦੀ ਚਿੰਤਾ ਹੈ, ਇਸ ਕਰਕੇ ਤੁਸੀਂ ਜਿਹੜੇ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਹੋ। ਅਸੀਂ ਬਹੁਤ ਆਪ ਜੀ ਦਾ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ। ਥੈਂਕ ਯੂ ਜੀ। ਥੈਂਕ ਯੂ ਬਹੁਤ ਬਹੁਤ ਮਿਹਰਬਾਨੀ।